ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਜਿਹਦੇ ਬਾਰੇ ਕੈਨੇਡਾ ਦੇ ਵਿੱਚ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਅੱਜ ਸਭ ਤੋਂ ਪਹਿਲੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਘਰਾਂ ਦੀਆਂ ਕੀਮਤਾਂ ਬਾਰੇ। ਲਗਾਤਾਰ ਇਹਦੇ ਬਾਰੇ ਅਸੀਂ ਗੱਲਬਾਤ ਕਰਦੇ ਆ ਰਹੇ ਹਾਂ ਤੇ ਅੱਜ ਇੱਕ ਹੋਰ ਅਪਡੇਟ ਆਈ ਆ। ਉਹ ਅਪਡੇਟ ਕੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਬਹੁਤ ਸਾਰੇ ਕਾਰੋਬਾਰ ਕੀਤੇ ਜਾਂਦੇ ਆ। ਫਾਰਮਿੰਗ ਬਹੁਤ ਆ, ਹਾਲਤ ਚਿੰਤਾਜਨਕ ਬਣੀ ਆ। ਕੀ ਕਾਰਨ ਆ? ਗੈਸ ਦੀਆਂ ਕੀਮਤਾਂ ਤੋਂ ਲੋਕ ਪਰੇਸ਼ਾਨ ਨੇ। ਆਪਾਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਪਰ ਹੁਣ ਇਹਦੇ ਬਾਰੇ ਵੀ ਕੁਝ ਹੋਰ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ। ਬੇਬੀ ਫਾਰਮੂਲਾ ਜਿਹੜੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਪੀਣ ਦੇ ਲਈ ਫਾਰਮੂਲੇ ਦਿੱਤੇ ਜਾਂਦੇ ਆ ਉਹ ਕੈਨੇਡਾ ਦੇ ਵਿੱਚ ਮਿਲ ਨਹੀਂ ਰਹੇ। ਵੱਖਰੀ ਸਮੱਸਿਆ ਪੈਦਾ ਹੋਈ ਆ। ਕੀ ਕਾਰਨ ਆ? ਬਰਡ ਫਲੂ ਨੇ ਪਰੇਸ਼ਾਨ ਕੀਤਾ ਹੈ ਲੋਕਾਂ ਨੂੰ। ਬਹੁਤ ਸਾਰੀਆਂ ਜਿਹੜੀਆਂ ਪੋਲਟਰੀ ਵਾਲਾ ਫੀਲਡ ਆ ਉਹਦੇ ਵਿੱਚ ਵੱਡਾ ਸੰਕਟ ਪੈਦਾ ਹੋਇਆ ਇਸ ਵੇਲੇ। ਤੇ ਆਖਰ ਦੇ ਵਿੱਚ ਪ੍ਰੋਗਰਾਮ ਦੇ ਆਪਾਂ ਗੱਲਬਾਤ ਕਰਨੀ ਆ ਰਣਦੀਪ ਸਿੰਘ ਸਰਾਏ ਹੋਰਾਂ ਨਾਲ। ਹਾਊਸ ਆਫ ਕਾਮਨਸ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਵੀ ਜਿਹੜੀ ਸਵੇਰੇ ਕੰਮਕਾਰ ਸ਼ੁਰੂ ਕਰਨ ਵੇਲੇ ਤੋਂ ਪਹਿਲਾਂ ਪ੍ਰੇਅਰ ਹਾਊਸ ਆਫ ਕਾਮਨਸ ਦੇ ਵਿੱਚ ਕੀਤੀ ਜਾਂਦੀ ਹੈ ਵੀ ਇਹਨੂੰ ਬਦਲ ਦਿੱਤਾ ਜਾਵੇ ਜਾਂ ਇਹਨੂੰ ਮੂੰਹ 'ਚ ਕਰ ਲਿਆ ਜਾਵੇ, ਬੋਲ ਕੇ ਨਾ ਕੀਤਾ ਜਾਵੇ। ਇਹ ਕੀ ਮਾਮਲਾ, ਇਹ ਵੀ ਤੁਹਾਡੇ ਨਾਲ ਅਸੀਂ ਪ੍ਰੋਗਰਾਮ ਦੇ ਆਖਰ ਦੇ ਵਿੱਚ ਸਰਾਏ ਸਾਹਿਬ ਇਸ ਵੇਲੇ ਆਟਵਾ 'ਚ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅਤੇ ਉਹਨਾਂ ਕੋਲੋਂ ਜਾਣਾਂਗੇ ਕਿ ਕੀ ਮਾਮਲਾ ਹੈ ਅਤੇ ਇਹਦੇ ਵਿੱਚ ਅਪਡੇਟ ਕੀ ਹੋ ਰਹੀ ਹੈ। ਘਰਾਂ ਦੀਆਂ ਕੀਮਤਾਂ ਬਾਰੇ ਲਗਾਤਾਰ ਗੱਲਬਾਤ ਹੋ ਰਹੀ ਆ। ਕੋਈ ਦਿਨ ਇਹੋ ਜਿਹਾ ਨਹੀਂ ਜਾਂਦਾ ਜਿੱਦਣ ਘਰਾਂ ਦੀਆਂ ਕੀਮਤਾਂ ਬਾਰੇ ਗੱਲਬਾਤ ਨਾ ਹੋਵੇ, ਕਿਉਂਕਿ ਵੱਡੀ ਮਾਰਕੀਟ ਘਰਾਂ ਦੀਆਂ ਕੀਮਤਾਂ ਦੇ ਉੱਤੇ ਨਿਰਭਰ ਕਰਦੀ ਆ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਨਿਗਾਹ ਇਸ ਮਾਰਕੀਟ ਦੇ ਉੱਤੇ ਲੱਗੀ ਆ। ਇਸ ਵੇਲੇ ਬੈਂਕ ਆਫ ਕੈਨੇਡਾ ਜਿਸ ਤਰੀਕੇ ਨਾਲ ਇੰਟਰਸਟ ਰੇਟ ਵਧਾ ਰਹੀ ਆ ਉਹ ਸਾਰਾ ਕੁਝ ਦੇਖਦੇ ਹੋਏ ਦੱਸਿਆ ਜਾ ਰਿਹਾ ਕਿ ਇਸ ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਘਰਾਂ ਦੀਆਂ ਕੀਮਤਾਂ 10% ਥੱਲੇ ਆ ਸਕਦੀਆਂ। 10% ਤੱਕ ਇਹ ਭਵਿੱਖਬਾਣੀ ਕੀਤੀ ਗਈ ਆ। ਜੇ ਹਾਲਾਤ ਇਸੇ ਤਰ੍ਹਾਂ ਦੇ ਰਹਿੰਦੇ ਆ ਕੀਮਤਾਂ ਥੱਲੇ ਆ ਜਾਣਗੀਆਂ। ਸੇਲ ਆਲਰੇਡੀ ਥੱਲੇ ਆ ਚੁੱਕੀ ਆ, ਅਸੀਂ ਸਾਰੇ ਜਾਣਦੇ ਹਾਂ। ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ 26% ਟੋਰਾਂਟੋ ਦੇ ਵਿੱਚ ਮਾਰਚ ਨਾਲੋਂ ਸੇਲ ਘਟ ਗਈ, 22% ਕੈਲਗਰੀ ਦੇ ਵਿੱਚ ਸੇਲ ਘਟ ਗਈ ਅਤੇ 17% ਵੈਨਕੂਵਰ ਦੇ ਵਿੱਚ ਸੇਲ ਘਟ ਗਈ। ਕੀਮਤਾਂ ਨਹੀਂ ਇੰਨੀਆਂ ਘਟੀਆਂ, ਘਰਾਂ ਦੀ ਵਿਕਰੀ ਰੁਕ ਗਈ ਆ। ਅਤੇ ਇਸ ਰੁਕੀ ਵਿਕਰੀ ਨੂੰ ਘਟੀ ਵਿਕਰੀ ਤੋਂ ਦੇਖ ਕੇ ਮਾਹਰ ਅੰਦਾਜ਼ਾ ਲਾ ਰਹੇ ਆ 10% ਤੱਕ ਕੀਮਤਾਂ ਥੱਲੇ ਆ ਸਕਦੀਆਂ। ਮਿਲੀਅਨ ਵਾਲਾ ਘਰ 9 ਲੱਖ ਦਾ ਰਹਿ ਸਕਦਾ। ਦੋਵੇਂ ਪਾਸੇ ਗੱਲਾਂ ਨੇ। ਲੋਕਾਂ ਦੇ ਵਿੱਚ ਚਿੰਤਾ ਵੀ ਆ ਅਤੇ ਜਿਹੜੇ ਘਰ ਲੈਣਾ ਚਾਹੁੰਦੇ ਉਹਨਾਂ ਦੀ ਕੋਈ ਵੱਡੀ ਆਸ ਵੀ ਨਹੀਂ ਕਿ ਇੰਨੀਆਂ ਕੁ ਕੀਮਤਾਂ ਥੱਲੇ ਆਉਣ ਦੇ ਨਾਲ ਅਫੋਰਡੇਬਿਲਟੀ ਨਹੀਂ ਹੋ ਸਕਦੀ। ਲੋਕ ਘਰ ਅਫੋਰਡ ਨਹੀਂ ਕਰ ਸਕਦੇ। ਜਿਹੜਾ ਇਸ ਵੇਲੇ ਪੈਂਡੈਮਿਕ ਤੋਂ ਬਾਅਦ ਜਿਸ ਤਰੀਕੇ ਨਾਲ ਘਰਾਂ ਦੀ ਮਾਰਕੀਟ ਦੇ ਵਿੱਚ ਜੋ ਕੁਛ ਹੋਇਆ ਉਹ ਕੈਲਗਰੀ, ਐਡਮਿੰਟਨ ਅਤੇ ਜਿਹੜੀ ਮੇਜਰ ਕੈਨੇਡੀਅਨ ਮਾਰਕੀਟ ਆ ਉਹ ਸਾਰੀ ਦੇ ਵਿੱਚ ਜਿਹੜੇ ਦੱਸ ਰਹੇ ਆ ਕਿ ਕੀਮਤਾਂ ਡਿੱਗਣਗੀਆਂ। ਕੂਲ ਡਾਊਨ ਕਹਿੰਦੇ ਹੋਣਾ ਸ਼ੁਰੂ ਹੋ ਗਿਆ। ਟੋਰਾਂਟੋ ਦੇ ਵਿੱਚ ਵੀ ਕਾਫੀ ਕੀਮਤਾਂ ਜਿਹੜੀਆਂ ਥੱਲੇ ਆ ਚੁੱਕੀਆਂ। ਇਸੇ ਤਰ੍ਹਾਂ ਬਾਕੀ ਥਾਵਾਂ ਦੇ ਵਿੱਚ ਵੀ ਥੱਲੇ ਆ ਚੁੱਕੀਆਂ। ਪਰ ਹੁਣ ਇਹ 10% ਤੱਕ ਇਸ ਸਾਲ ਦੇ ਅੰਤ ਤੱਕ ਜਿਹੜਾ ਆ ਜਾਣਗੇ। ਔਰ ਇੰਡੀਕੇਟਰ ਇਹਦਾ ਇਹ ਦੱਸਿਆ ਜਾ ਰਿਹਾ ਕਿ ਸੇਲ ਟੂ ਨਿਊ ਲਿਸਟਿੰਗ ਰੇਸ਼ੋ ਆ ਕਿ ਨਵੀਂ ਲਿਸਟਿੰਗ ਕਿੰਨੀ ਹੋ ਰਹੀ ਆ ਅਤੇ ਘਰਾਂ ਦੀ ਸੇਲ ਕਿੰਨੀ ਹੋ ਰਹੀ ਆ, ਖਾਸ ਕਰਕੇ ਟੋਰਾਂਟੋ ਅਤੇ ਵੈਨਕੂਵਰ ਦੇ ਇਲਾਕੇ ਦੇ ਵਿੱਚ। ਟੋਰਾਂਟੋ, ਵੈਨਕੂਵਰ, ਮੌਂਟਰੀਅਲ ਸਾਰੀਆਂ ਥਾਵਾਂ ਦੇ ਉੱਤੇ ਘਰ ਬਹੁਤ ਘੱਟ ਲਿਸਟ ਹੋ ਰਹੇ ਆ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇੰਡੀਕੇਟਰ ਦੱਸਿਆ ਜਾ ਰਿਹਾ। ਹੁਣ ਜਿਹਨਾਂ ਲੋਕਾਂ ਨੇ ਘਰ ਲੈਣ ਬਾਰੇ ਸੋਚਿਆ ਆ ਉਹ ਮਾਰਕੀਟ ਦੇ ਵਿੱਚ ਉਡੀਕ ਕਰ ਰਹੇ ਆ। ਹਜੇ ਤੱਕ ਕੁਛ ਨਹੀਂ ਪਤਾ, ਪਰ 12 ਮਹੀਨਿਆਂ ਵਿੱਚ 10% ਤੋਂ ਥੱਲੇ ਕੀਮਤਾਂ ਘਟ ਜਾਣਗੀਆਂ। ਔਰ ਜੇ ਇੱਦਾਂ ਹੁੰਦਾ ਆ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੋਊਗੀ। ਇਹ ਹਿਸਟੋਰੀਕਲੀ ਥੱਲੇ ਜਾਣਗੇ। 1980 ਦੇ ਵਿੱਚ ਜਦੋਂ ਮੌਰਗੇਜ ਰੇਟ ਡਬਲ ਡਿਜਿਟ ਤੱਕ ਚਲੇ ਗਏ ਸੀ ਉਸ ਵੇਲੇ ਘਰਾਂ ਦੀਆਂ ਕੀਮਤਾਂ 9% ਘਟੀਆਂ ਸੀ ਅਤੇ ਜਿਹੜੀਆਂ ਮਤਲਬ ਇਤਿਹਾਸਿਕ ਦੱਸੀਆਂ ਜਾਂਦੀਆਂ ਸੀ ਕਿ ਕੀਮਤਾਂ ਇੰਨੀਆਂ ਥੱਲੇ ਚਲੇ ਗਈਆਂ। ਅਤੇ ਹੁਣ ਉਹਦੇ ਨਾਲ ਜੇਕਰ ਇਹ 10% 'ਤੇ ਚਲਿਆ ਜਾਂਦਾ ਤਾਂ ਪਹਿਲਾ ਰੈਕਡ ਵੀ ਟੁੱਟ ਜਾਊਗਾ। ਪਰ ਜੇ ਘਰਾਂ ਦੀਆਂ ਕੀਮਤਾਂ ਥੱਲੇ ਜਾਂਦੀਆਂ ਆ ਤਾਂ ਇਹਦਾ ਅਸਰ ਜਿਹੜਾ ਉਹ ਵੀ ਵੱਖਰਾ ਵੱਖਰਾ ਹੋਊਗਾ। ਪੂਰੇ ਕੈਨੇਡਾ ਦੇ ਵਿੱਚ ਇਹਦਾ ਅਸਰ ਜਿਹੜੇ ਕੁਛ ਏਰੀਏ ਅਰਬਨ ਸੈਂਟਰਸ ਨੇ ਉਹਨਾਂ ਦੇ ਵਿੱਚ ਹੋਰ ਹੋਊਗਾ ਅਤੇ ਉਹਦੇ ਤੋਂ ਬਾਹਰ ਇਹਦਾ ਅਸਰ ਜਿਹੜਾ ਵੱਖਰੇ ਤਰੀਕੇ ਨਾਲ ਦੇਖਣ ਨੂੰ ਮਿਲ ਸਕਦਾ। ਇਹ ਵੀ ਬਹੁਤ ਇੰਟਰਸਟਿੰਗ ਚੀਜ਼ ਹੋਊਗੀ ਕਿ ਜਿਹੜੀ ਲੈਸ ਅਰਬਨ ਮਾਰਕੀਟ ਆ ਜਾਂ ਛੋਟੀ ਮਾਰਕੀਟ ਆ ਉੱਥੇ ਇਹਦਾ ਅਸਰ ਵੱਖਰਾ ਪਊਗਾ ਅਤੇ ਜਿਹੜੇ ਮੇਨ ਮਾਰਕੀਟ ਆ ਕੈਨੇਡਾ ਦੀ ਉੱਥੇ ਇਹਦਾ ਅਸਰ ਵੱਖਰਾ ਪਊਗਾ। ਪਰ 10% ਤੱਕ ਕੀਮਤਾਂ ਘਟਣਾ
ਇਹ ਇੱਕ ਜਿਹੜੀ ਸਰਵੇ ਸਾਹਮਣੇ ਆਉਣਾ, ਇੱਕ ਪੈਸ਼ੋਨਗੋਈ ਸਾਹਮਣੇ ਆਉਣੀ, ਇੱਕ ਅੰਦਾਜ਼ਾ ਸਾਹਮਣੇ ਆਉਣਾ, ਇਹਦੇ ਨਾਲ ਲੋਕਾਂ ਦੇ ਵਿੱਚ ਵੱਖਰੀ ਵੱਖਰੀ ਤਰ੍ਹਾਂ ਦੀ ਰਾਏ ਸਾਹਮਣੇ ਆ ਰਹੀ ਹੈ। ਇੱਕ ਖਬਰ ਹੋਰ ਜਿਹੜੀ ਸਾਡੇ ਸਾਹਮਣੇ ਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਸਾਰੇ ਲੋਕ ਫਾਰਮਿੰਗ ਕਮਿਊਨਿਟੀ ਦੇ ਨਾਲ ਸੰਬੰਧਿਤ ਆ। ਬੈਰੀਜ਼ ਇੱਥੇ ਬਹੁਤ ਪ੍ਰਸਿੱਧ ਨੇ ਹੁੰਦੀਆਂ, ਤੇ ਗਰੋਸਰੀ ਸਟੋਰ ਦੇ ਉੱਤੇ ਇਸ ਵਾਰੀ ਬੈਰੀਜ਼ ਟਾਈਮ ਦੇ ਨਾਲ ਨਹੀਂ ਮਿਲਣਗੀਆਂ, ਕਿਉਂਕਿ ਜਿਹੜੀ ਫਸਲ ਆ ਉਹ ਕਾਫੀ ਡਿਲੇ ਹੋ ਰਹੀ ਆ, ਤੇ ਡਿਲੇ ਹੋਣ ਦਾ ਕਾਰਨ ਇਸ ਵੇਲੇ ਮੌਸਮ ਦੱਸਿਆ ਜਾ ਰਿਹਾ। ਮੌਸਮ ਲਗਾਤਾਰ ਖਰਾਬ ਆ, ਤੇ ਪਿਛਲੇ ਨਵੰਬਰ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਉਹਨਾਂ ਹੜ੍ਹਾਂ ਦੇ ਵਿੱਚੋਂ ਫਾਰਮਰ ਅਜੇ ਤੱਕ ਉੱਭਰੇ ਨਹੀਂ, ਤੇ ਹੁਣ ਇਸ ਵੇਲੇ ਜਿਹੜੀ ਚਾਹੇ ਉਹ ਸਟ੍ਰਾਬੇਰੀ ਆ ਚਾਹੇ ਬਲੂਬੇਰੀ ਆ, ਉਹ ਸਾਰਾ ਕੁਛ ਇਸ ਵੇਲੇ ਮਤਲਬ ਉਹਨੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋਣਾ ਆ। ਤੇ ਇਸ ਵੇਲੇ ਜਦੋਂ 11 ਡਿਗਰੀ ਟੈਂਪਰੇਚਰ ਆ ਤੇ ਨਾਲ ਮੀਂਹ ਪੈ ਰਿਹਾ, ਇਹਦੇ ਨਾਲ ਕੁਦਰਤੀ ਤੌਰ ਤੇ ਉਹਦੇ ਵਿੱਚ ਦੇਰੀ ਹੋ ਜੂਗੀ, ਔਰ ਜਿਹੜੀ ਅਸਰ ਪੂਰੀ ਕ੍ਰੌਪ ਦੇ ਉੱਤੇ ਦੱਸਦੇ ਆ ਕਿ ਪਊਗਾ। ਇੱਕ ਤਾਂ ਉਹਦੀ ਕ੍ਰੌਪ ਦੀ ਸਾਈਜ਼ਿੰਗ ਦੇ ਉੱਤੇ ਅਸਰ ਪਊਗਾ ਵੱਡਾ। ਦੂਜਾ ਹੈਗਾ ਕਿਉਂਕਿ ਇਸ ਸਮੇਂ ਦੇ ਵਿੱਚ ਪੋਲੀਨੇਸ਼ਨ ਕਿੱਦਾਂ ਹੋਣੀ ਆ, ਜਿੰਨੀਆਂ ਬੀਜ਼ ਨੇ, ਜਿੰਨੀਆਂ ਇਹ ਮੱਖੀਆਂ ਹੁੰਦੀਆਂ ਨੇ ਜਿਹੜੀਆਂ ਬੀਜ਼ ਜਾਂਦੀਆਂ ਨੇ ਇਹਨਾਂ ਦੇ ਉੱਤੇ, ਉਨੇ ਜ਼ਿਆਦਾ ਪੋਲੀਨੇਸ਼ਨ ਹੁੰਦੀ ਹੈ, ਉਨਾ ਜ਼ਿਆਦਾ ਜਿਹੜਾ ਫੁੱਲ ਆ ਵੱਡਾ ਲੱਗਦਾ, ਤੇ ਉਨਾ ਜ਼ਿਆਦਾ ਫਿਰ ਫੁੱਲ ਦਾ ਫਲ ਜਿਹੜਾ ਵੱਡਾ ਬਣਦਾ। ਹੁਣ ਇਸ ਜਿਹੜੀ ਉਹ ਇਸ ਕੰਮ ਦੇ ਲਈ ਇੱਕ ਤਾਂ ਮੀਂਹ ਬੰਦ ਹੋਣਾ ਚਾਹੀਦਾ, ਤੇ ਦੂਜਾ ਧੁੱਪ ਨਿਕਲਣੀ ਚਾਹੀਦੀ, ਤੇ ਇਹਨਾਂ ਦਿਨਾਂ ਦੇ ਵਿੱਚ ਦੋਵੇਂ ਚੀਜ਼ਾਂ ਨਹੀਂ ਹੋ ਰਹੀਆਂ, ਜਿਹਦੇ ਕਰਕੇ ਬੀਜ਼ ਬਾਹਰ ਨਹੀਂ ਜਾ ਰਹੀਆਂ ਫਸਲਾਂ ਦੇ ਉੱਤੇ, ਜਿਹੜੀਆਂ ਇਹ ਹਨੀ ਬੀਜ਼ ਜਾਂ ਦੂਜੀਆਂ ਨਹੀਂ ਬਾਹਰ ਜਾ ਰਹੀਆਂ, ਤੇ ਉਹਦੇ ਨਾਲ ਪੋਲੀਨੇਸ਼ਨ ਦੇ ਉੱਤੇ ਅਸਰ ਪੈ ਰਿਹਾ, ਫਸਲ ਲੇਟ ਹੋ ਰਹੀ ਆ, ਤੇ ਜਿਹੜਾ ਉਹਦਾ ਸਾਈਜ਼ ਆ ਕ੍ਰੌਪ ਦਾ ਉਹਦੇ ਉੱਤੇ ਵੀ ਅਸਰ ਪੈ ਰਿਹਾ। ਸੋ ਫਰੂਟ ਪ੍ਰੋਡਕਸ਼ਨ ਦੇ ਲਈ ਬਹੁਤ ਕ੍ਰਿਟੀਕਲ ਸਮਾਂ ਹੁੰਦਾ ਆ ਜਿਹੜਾ ਆ, ਜਦੋਂ ਉਹ ਫਰੂਟ ਨੇ ਬਣਨਾ ਆ, ਉਸ ਸਮੇਂ ਦੇ ਵਿੱਚ ਵਾਤਾਵਰਨ ਸਾਥ ਨਹੀਂ ਦੇ ਰਿਹਾ, ਤਾਂ ਜਿਹੜਾ ਮਾਰਕੀਟ ਦੇ ਵਿੱਚ ਇਹਦਾ ਅਸਰ ਸਿੱਧਾ ਪਊਗਾ। ਜਿਹੜਾ ਬਹੁਤ ਜ਼ਿਆਦਾ ਘੱਟ ਟੈਂਪਰੇਚਰ ਜਾਂ ਜਮਾਊ ਟੈਂਪਰੇਚਰ ਆ, ਉਹ ਜ਼ਿਆਦਾ ਅਸਰ ਪਾਉਂਦਾ ਇਹਦੇ ਉੱਤੇ। ਸੋ ਹੁਣ ਸਮਰ ਦੇ ਵਿੱਚ ਜਿੱਦਾਂ ਸਮਰ ਸ਼ੁਰੂ ਹੁੰਦੀ ਆ, ਤੇ ਬੇਰੀਜ਼ ਦੇ ਉੱਤੇ ਜਦੋਂ ਇਹਦੀ ਬੇਰੀ ਟੁੱਟਣੀ ਸ਼ੁਰੂ ਹੋਣੀ, ਪਰ ਉਹਦੇ ਤੋਂ ਪਹਿਲਾਂ ਜਿਹੜਾ ਇਹ ਮੌਸਮ ਆ, ਫਾਰਮਿੰਗ ਹਮੇਸ਼ਾ ਹੀ ਚੈਲੰਜਿੰਗ ਰਹਿੰਦੀ ਆ, ਤੇ ਇਸ ਚੈਲੰਜਿੰਗ ਫਾਰਮਿੰਗ ਦੇ ਕਿੱਤੇ ਦੇ ਵਿੱਚ ਮੌਸਮ ਕਦੇ ਤਾਂ ਪੱਕੀ ਫਸਲ ਦੇ ਉੱਤੇ ਅਸਰ ਪਾਉਂਦਾ, ਕਈ ਵਾਰੀ ਉਹ ਫਸਲ ਦੇ ਪੱਕਣ ਤੋਂ ਪਹਿਲਾਂ ਦਾ ਜਿਹੜਾ ਬਦਲਿਆ ਮੌਸਮ ਆ, ਉਹ ਵੀ ਬਹੁਤ ਵੱਡਾ ਅਸਰ ਪਾਉਂਦਾ। ਔਰ ਦੂਜੀ ਗੱਲ, ਇਸ ਵੇਲੇ ਜਿਹੜਾ ਜਿੰਨਾ ਹੜ੍ਹਾਂ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਨੁਕਸਾਨ ਹੋਇਆ, ਉਹ ਸਾਰਾ ਵੀ ਇਹਦੇ ਉੱਤੇ ਪਊਗਾ ਅਸਰ। ਉਹ ਹੜ੍ਹਾਂ ਦੇ ਵਿੱਚੋਂ ਜਿਹੜੇ ਫਾਰਮਰ ਨੇ ਉਹ ਵੀ ਪੂਰੀ ਤਰ੍ਹਾਂ ਉੱਭਰੇ ਨਹੀਂ ਆ, ਤੇ ਦੂਜਾ ਇਹਦੇ ਨਾਲ ਜਿਹੜਾ ਉਹਨਾਂ ਦਾ ਜਿਹੜੀ ਸਪਲਾਈ ਚੇਨ ਆ ਪਿੱਛੋਂ, ਚਾਹੇ ਉਹ ਫਰਟੀਲਾਈਜ਼ਰਸ ਨੇ ਚਾਹੇ ਹੋਰ ਚੀਜ਼ਾਂ ਨੇ, ਉਹ ਵੀ ਇਹਦੇ ਉੱਤੇ ਵੱਡਾ ਅਸਰ ਪਾ ਰਿਹਾ, ਖਾਸ ਕਰ ਫਰੇਜ਼ਰ ਵੈਲੀ ਦੇ ਵਿੱਚ, ਤੇ ਇਹਦਾ ਅਸਰ ਮਾਰਕੀਟ ਦੇ ਉੱਤੇ ਮਾੜਾ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਆ, ਜਿਹੜਾ ਕਿ ਪੂਰੀ ਫਾਰਮਿੰਗ ਕਮਿਊਨਿਟੀ ਤੇ ਆਮ ਜਿਹੜਾ ਕੰਜ਼ਿਊਮਰ ਆ ਉਹਦੇ ਲਈ ਇਹ ਇੱਕ ਜਿਹੜੀ ਮਾੜੀ ਗੱਲ ਹੋਵੇਗੀ। ਗੈਸ ਦੀਆਂ ਕੀਮਤਾਂ ਇਸ ਵੇਲੇ ਚਰਚਾ ਦੇ ਵਿੱਚ ਨੇ। ਰੂਸ ਯੂਕਰੇਨ ਯੁੱਧ ਤੋਂ ਬਾਅਦ ਰੋਜ਼ ਹੀ ਅਸੀਂ ਗੱਲਬਾਤ ਕਰਦੇ ਹਾਂ ਵਧਦੀਆਂ ਗੈਸ ਦੀਆਂ ਕੀਮਤਾਂ ਦੀ, ਤੇ ਲਗਾਤਾਰ ਲੋਕ ਇਹਦੇ ਬਾਰੇ ਪਰੇਸ਼ਾਨ ਨੇ। ਇੱਕ ਨਵਾਂ ਸਰਵੇ ਆਇਆ ਜਿਹੜਾ ਟਾਇਰ ਐਂਡ ਰਬਰ ਐਸੋਸੀਏਸ਼ਨ ਆ, ਉਹ ਇਹ ਦੱਸ ਰਹੇ ਆ ਕਿ 2/3 ਯਾਨੀ ਕਿ 67% ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਡਰਾਈਵਰ ਆ, ਉਹਨਾਂ ਨੇ ਆਪਣੇ ਟ੍ਰਿਪ ਜਿਹੜੇ ਆ ਸਮਰ ਦੇ ਵਿੱਚ ਬਣਾਏ ਸੀ ਵੀ ਅਸੀਂ ਆ ਫਲਾਣੀ ਥਾਂ 'ਤੇ ਘੁੰਮਣ ਜਾਵਾਂਗੇ, ਫਲਾਣੀ ਥਾਂ 'ਤੇ ਘੁੰਮਣ ਜਾਵਾਂਗੇ, ਉਹ ਕੈਂਸਲ ਕਰ ਦਿੱਤੇ ਆ ਕਿਉਂਕਿ ਗੈਸ ਮਹਿੰਗੀ ਹੋ ਗਈ ਹੈ। 67% ਅੰਦਾਜ਼ਾ ਲਾ ਕੇ ਦੇਖੋ ਵੀ ਕਿ 2/3 ਹਿੱਸਾ ਜਿਹੜਾ ਆ ਉਹ ਕੈਂਸਲ ਕਰ ਚੁੱਕਿਆ ਵੀ ਅਸੀਂ ਜਾਣਾ ਹੀ ਨਹੀਂ ਐਤਕੀ ਘੁੰਮਣ ਫਿਰਨ, ਕਿਉਂਕਿ ਗੈਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਆ। ਇਹ ਸੈਂਟੀਮੈਂਟਸ ਦਾ ਅਸਰ ਪੂਰੀ ਲੋਕਲ ਜਿਹੜੀ ਟੂਰਿਜ਼ਮ ਇੰਡਸਟਰੀ ਆ ਉਹਦੇ ਉੱਤੇ ਪਊਗਾ, ਤੇ ਜਿਹਦਾ ਸਿੱਧਾ ਅਸਰ ਜਿਹੜਾ ਉਹ ਕੁਛ ਥਾਵਾਂ ਦੇ ਉੱਤੇ ਵੱਖਰਾ ਵੀ ਪੈ ਸਕਦਾ ਕਿ ਜਿਹੜੇ ਸ਼ਹਿਰਾਂ ਦੇ ਨੇੜੇ ਤੇੜੇ ਟੂਰਿਸਟ ਸਪੌਟਸ ਨੇ ਉੱਥੇ ਲੋਕ ਜ਼ਿਆਦਾ ਜਾਣਗੇ, ਉੱਥੋਂ ਦੀ ਇੰਡਸਟਰੀ ਦੇ ਉੱਤੇ ਵੱਖਰਾ ਅਸਰ ਪਊਗਾ, ਤੇ ਜਿੱਥੇ ਲੋਕਾਂ ਨੇ ਪਲਾਨ ਕੀਤਾ ਸੀ ਵੀ ਜਾਣਾ ਸੀ ਥੋੜ੍ਹੇ ਜਿਹੇ ਦੂਰ ਵਾਲੇ ਇਲਾਕੇ ਆ, ਉੱਥੇ ਇਹਦਾ ਮਾੜਾ ਅਸਰ ਪਊਗਾ। ਬਹੁਤ ਇੱਕ ਟੇਢੀ ਜੀ ਸਿਚੁਏਸ਼ਨ ਇਸ ਵੇਲੇ ਚੱਲ ਰਹੀ ਆ। ਆਉਣ ਵਾਲੇ ਭਵਿੱਖ ਦੇ ਵਿੱਚ ਪਤਾ ਨਹੀਂ ਕੀ ਹੋਣਾ। ਗੈਸ ਦੀਆਂ ਕੀਮਤਾਂ ਵੱਧ ਨੇ, ਇਨਫਲੇਸ਼ਨ ਹਾਈ ਆ, ਮਹਿੰਗਾਈ ਜ਼ਿਆਦਾ ਵਧੀ ਜਾਂਦੀ ਆ, ਤੇ ਇਸ ਸਮੇਂ ਦੇ ਵਿੱਚ ਲੋਕ ਖਰੀਦਣਗੇ ਘੱਟ। ਜਿਹੜੀ ਸਲਾਹ ਦਿੱਤੀ ਜਾਂਦੀ ਮਹਿੰਗਾਈ ਦੇ ਵਿੱਚ, ਇਹੀ ਮਾਹਰ ਸਲਾਹ ਦਿੰਦੇ ਆ ਕਿ ਆਪਣੇ ਪੈਸਾ ਜਿਹੜਾ ਹੈਗਾ ਉਹਨੂੰ ਹੋਲਡ ਕਰ ਲਓ, ਘੱਟ ਖਰਚੋ। ਜਦੋਂ ਲੋਕ ਘੱਟ ਖਰਚਣਗੇ ਚੀਜ਼ਾਂ ਨਹੀਂ ਵਿਕਣਗੀਆਂ, ਜਦੋਂ ਚੀਜ਼ਾਂ ਨਹੀਂ ਵਿਕਣਗੀਆਂ ਤਾਂ ਅਲਟੀਮੇਟਲੀ ਫਿਰ ਉਹਦਾ ਉਲਟਾ ਅਸਰ ਜਿਹੜਾ ਮਾਰਕੀਟ ਦੇ ਉੱਤੇ ਪੈਂਦਾ, ਤੇ ਜਿਹੜਾ ਅਲਟੀਮੇਟਲੀ ਫਿਰ ਜਾ ਕੇ ਜਿਹਨੂੰ ਰਿਸੈਸ਼ਨ ਕਹਿ ਜਾਂਦੇ ਆ ਉਸ ਪਾਸੇ ਨੂੰ ਗੱਲਬਾਤ ਤੁਰਨ ਲੱਗ ਜਾਂਦੀ ਆ। ਪਰ ਇਸ ਵੇਲੇ ਜਿਹੜੀ ਇਹ ਇੱਕ ਸਰਵੇ ਆ ਜਿਹੜਾ ਦੱਸ ਰਿਹਾ ਕਿ ਲੋਕਾਂ ਨੇ ਆਪਣੀਆਂ
ਜਿਹੜੇ ਇਹ ਕੈਂਸਲ ਕਰ ਦਿੱਤੇ ਆ ਟ੍ਰਿਪ ਜਾਣ ਬਾਰੇ, ਉਹ ਇੱਕ ਵੱਡੀ ਇੰਡਸਟਰੀ ਦੇ ਉੱਤੇ ਸਮੱਸਿਆ। ਪਹਿਲਾਂ ਪੈਂਡੈਮਿਕ ਨੇ ਲੋਕਾਂ ਨੂੰ ਤੰਗ ਕਰੀ ਰੱਖਿਆ, ਜਿੱਥੇ ਕਿਤੇ ਖਾਸ ਕਰ ਟੂਰਿਜ਼ਮ ਜਿਹੜੀ ਇੰਡਸਟਰੀ ਹੈ, ਔਰ ਹੁਣ ਟੂਰਿਸਟ ਇੰਡਸਟਰੀ ਦੇ ਉੱਤੇ ਇਹਨਾਂ ਚੀਜ਼ਾਂ ਦਾ ਅਸਰ ਪੈ ਰਿਹਾ, ਗੈਸ ਪ੍ਰਾਈਸ ਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੱਗਦਾ ਕਿ ਘਟਣਗੀਆਂ ਨਹੀਂ, ਤੇ ਲਗਾਤਾਰ ਜਿਹੜੇ ਰੈਕੋਰਡ ਹਾਈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾ ਰਹੇ ਆ 2.229 ਪਰ ਲੀਟਰ ਦੇ ਉੱਤੇ ਮੈਟਰੋ ਵੈਨਕੂਵਰ ਦੇ ਵਿੱਚ ਇਸ ਵੇਲੇ ਗੈਸ ਦੀ ਕੀਮਤ ਆ। ਤੇ ਦੂਜਾ ਇਹ ਆ ਕਿ ਪਰ ਕੈਨੇਡਾ ਦੇ ਕੁਛ ਜਿਹੜੇ ਇਲਾਕੇ ਹੈਗੇ ਉੱਥੇ ਗੈਸ ਸਸਤੀ ਹੈ। ਸਸਤੀ ਜੇ ਦੇਖਿਆ ਜਾਵੇ, ਜਿਹੜੇ ਕੈਲਗਰੀ ਐਡਮਿੰਟਨ ਆ, ਉੱਥੇ ਕੈਲਗਰੀ ਦੇ ਵਿੱਚ ਜਿਹੜੀ 1.63 ਪਰ ਲੀਟਰ ਆ ਇਸ ਵੇਲੇ, ਤੇ ਨੈਸ਼ਨਲ ਐਵਰੇਜ 1.90 ਪਰ ਲੀਟਰ ਆ। ਐਡਮਿੰਟਨ ਕੈਲਗਰੀ ਦੇ ਵਿੱਚ ਗੈਸ ਕੈਨੇਡਾ ਦੇ ਵਿੱਚ ਸਾਰਿਆਂ ਨਾਲੋਂ ਸਸਤੀ ਹੈ। ਐਡਮਿੰਟਨ ਦੇ ਵਿੱਚ 1.6 ਪਰ ਲੀਟਰ ਦੇ ਉੱਤੇ ਗੈਸ ਹਜੇ ਵੀ ਹੈਗੀ ਆ, ਜਦੋਂ ਕਿ ਵੈਨਕੂਵਰ ਦੇ ਵਿੱਚ 2.20 ਦੇ ਉੱਤੇ ਗੈਸ ਜਿਹੜੀ ਪਹੁੰਚੀ ਆ। ਲੀਟਰ ਦੇ ਪਿੱਛੇ 60 ਸੈਂਟ ਦਾ ਫਰਕ ਐਡਮਿੰਟਨ ਤੇ ਵੈਨਕੂਵਰ ਦਾ ਆਪਣੇ ਆਪ ਦੇ ਵਿੱਚ ਹੈਗਾ। ਅਲਬਰਟਾ ਕਿਉਂਕਿ ਉਹਦੇ ਵਿੱਚ ਰੇਟ ਵੱਖਰੇ ਨੇ, ਉੱਥੇ ਬਹੁਤ ਕੁਛ ਵੱਖਰਾ ਵੀ ਆ। ਪ੍ਰੀਮੀਅਰ ਜੇਸਨ ਕੈਨੀ ਨੇ ਜਿਹੜੀ ਟੈਕਸ ਸੀਗਾ ਉਹਦੇ ਉੱਤੇ, ਉਹਨੂੰ ਵੀ ਟੈਂਪਰੇਰੀ ਰਿਮੂਵ ਕਰ ਦਿੱਤਾ ਸੀ, ਉਹਦੇ ਨਾਲ ਵੀ ਇੱਕ ਵੱਡਾ ਫਰਕ ਉਹਦੇ ਉੱਤੇ ਪਿਆ ਸੀ। ਪਰ ਜਿਹੜਾ ਕੀਮਤਾਂ ਨੇ ਉਹ ਲਗਾਤਾਰ ਗੈਸ ਦੀਆਂ ਉੱਪਰ ਜਾ ਰਹੀਆਂ, ਜਿਹਦਾ ਅਸਰ ਲੋਕਾਂ ਦਾ ਟੂਰਿਜ਼ਮ ਇੰਡਸਟਰੀ ਦੇ ਉੱਤੇ, ਦੂਜੀਆਂ ਥਾਵਾਂ ਦੇ ਉੱਤੇ, ਚਾਹੇ ਉਹ ਟੋਰਾਂਟੋ ਆ, ਉੱਥੇ ਵੀ ਲਗਾਤਾਰ ਇਹ $2 ਤੋਂ ਪਰ ਲੀਟਰ ਤੋਂ ਉੱਤੇ ਰੇਟ ਹੈਗੇ ਆ। ਤੇ ਮੌਂਟਰੀਅਲ ਦੇ ਵਿੱਚ ਵੀ $2 ਨੂੰ ਰੇਟ ਕ੍ਰੋਸ ਕਰ ਗਿਆ ਹੈ। ਸੋ ਇਹਦਾ ਅਸਰ ਇੱਕ ਚੀਜ਼ ਦੇ ਉੱਤੇ ਨਹੀਂ, ਸਗੋਂ ਸਮੁੱਚੇ ਰੂਪ ਦੇ ਉੱਤੇ ਪੂਰੀ ਮਾਰਕੀਟ ਦੇ ਉੱਤੇ ਕੱਲੀ ਗੈਸ ਦੇ ਵਧਣ ਦਾ ਪੈ ਰਿਹਾ ਆ। ਇਸੇ ਕਰਕੇ ਜਿਹੜੀ ਗੱਲਬਾਤ ਚੱਲਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਲੈਕਟ੍ਰਿਕ ਵਹੀਕਲ ਜ਼ਿਆਦਾ ਹੋ ਜਾਣਗੇ, ਉਸ ਵੇਲੇ ਗੈਸ ਦੇ ਉੱਤੇ ਡਿਪੈਂਡੈਂਸੀ ਘਟ ਜਾਊਗੀ, ਤੇ ਫਿਰ ਜਿਹੜੀ ਗਲੋਬਲ ਮਾਰਕੀਟ ਆ ਉਹ ਵੱਖਰੇ ਤਰੀਕੇ ਨਾਲ ਚੱਲੇਗੀ। ਕੈਨੇਡਾ ਦੇ ਵਿੱਚ ਬੇਬੀ ਫਾਰਮੂਲਾ ਇਸ ਵੇਲੇ ਇੱਕ ਸਮੱਸਿਆ ਬਣੀ ਹੈ। ਬੇਬੀ ਫਾਰਮੂਲਾ ਮਿਲ ਨਹੀਂ ਰਿਹਾ, ਰੀਕਾਲ ਕੀਤਾ ਗਿਆ। ਜਿਹੜਾ ਦੂਜੇ ਪਾਸੇ ਬਾਰਡਰ ਦੇ ਦੂਜੇ ਪਾਸੇ ਉਹਦੇ ਨਾਲ ਸ਼ਾਰਟੇਜ ਆ ਗਈ ਆ, ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਪਿਛਲੇ ਸਮੇਂ ਦੇ ਵਿੱਚ ਆਈ ਆ। ਪਰ ਇਸ ਵੇਲੇ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਉਹ ਆਪਾਂ ਜਿਹੜਾ ਨਕਲੀ ਦੁੱਧ ਜਿਹੜਾ ਜਾਂ ਫਾਰਮੂਲਾ ਜਿਹਨੂੰ ਕਹਿੰਦੇ ਆ ਉਹ ਦਿੰਦੇ ਆ ਉਹਨਾਂ ਨੂੰ ਅਸੀਂ, ਉਹਦੇ ਨਾਲ ਸਮੱਸਿਆ ਆ ਰਹੀ, ਲੋਕਾਂ ਨੂੰ ਮਿਲ ਨਹੀਂ ਰਿਹਾ, ਤੇ ਹਾਲੇ ਦਾ ਕੋਈ ਨਹੀਂ ਆ ਇਹਦਾ ਸੋਲੂਸ਼ਨ। ਲੋਕਾਂ ਦੇ ਕੋਲ ਇਹਦਾ ਅਲਟਰਨੇਟਿਵ ਕੋਈ ਨਹੀਂ ਆ, ਕਿਉਂਕਿ ਇੱਕ ਤਾਂ ਇਹਦਾ ਪੇ ਜ਼ਿਆਦਾ ਕਰਨਾ ਪੈ ਰਿਹਾ, ਦੂਜਾ ਜਿਹੜੇ ਐਬਟ ਬ੍ਰਾਂਡ ਆ ਇੱਕ, ਉਹਦੇ ਕੁਝ ਪ੍ਰੋਡਕਟਸ ਆ ਇਨਫੈਂਟ ਫਾਰਮੂਲਾ ਦੇ, ਉਹਨਾਂ ਨੂੰ ਰੀਕਾਲ ਕੀਤਾ ਗਿਆ ਸੀ ਫਰਵਰੀ ਦੇ ਵਿੱਚ, ਕਿਉਂਕਿ ਉਹਨਾਂ ਦੇ ਵਿੱਚ ਕਰੋਨਾ ਵੈਕਟਰ ਤੇ ਸਾਲਮੋਨੈਲਾ ਦੇ ਕੋਈ ਇਸ਼ੂ ਪਾਏ ਗਏ ਸੀ। ਤੇ ਕੰਪਨੀ ਨੇ ਇਹ ਕਹਿ ਦਿੱਤਾ ਵੀ ਜਿੱਥੇ ਵੀ ਇਹ ਜਿਹਨਾਂ ਸਟੋਰਾਂ ਦੇ ਉੱਤੇ ਪਿਆ ਉੱਥੋਂ ਇਹਨੂੰ ਚੱਕ ਲਿਆ ਜਾਵੇ। ਹੁਣ ਜਦੋਂ ਰੀਕਾਲ ਚਲੇਗੀ ਉਹ ਵਾਪਸ ਚਲੇ ਗਿਆ, ਕਿਉਂਕਿ ਇਹਦਾ ਬੱਚਿਆਂ ਨੂੰ ਰਿਸਕ ਹੋ ਸਕਦਾ, ਤੇ ਉਹਦੇ ਨਾਲ ਸਿੱਧਾ ਸਪਲਾਈ ਚੇਨ ਦੇ ਉੱਤੇ ਅਸਰ ਪੈ ਗਿਆ। ਅਮਰੀਕਾ ਦੇ ਵਿੱਚ ਇਹਦਾ ਅਸਰ ਅਮਰੀਕਾ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਪਿਆ, ਔਰ ਅਮਰੀਕਾ ਦੇ ਵਿੱਚ ਕੁਝ ਲੋਕਾਂ ਨੇ ਫਾਰਮੂਲਾ ਘਰ 'ਚ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਬੱਚਿਆਂ ਨੂੰ ਘਰ ਦੇ ਵਿੱਚ ਫਾਰਮੂਲਾ ਜਿਹੜਾ ਇਹ ਬਣਾ ਕੇ ਦੇ ਦਿੰਦੇ ਹਾਂ। ਉੱਥੇ ਵੀ ਅਫੀਸ਼ੀਅਲ ਨੇ ਮਨਾ ਕੀਤਾ ਕਿ ਇਹਨੂੰ ਘਰ ਦੇ ਵਿੱਚ ਨਾ ਬਣਾਓ, ਇਹਦਾ ਰਿਸਕ ਹੋ ਸਕਦਾ। ਬਹੁਤ ਸਾਰੀਆਂ ਔਰਤਾਂ ਅਮਰੀਕਾ ਦੇ ਵਿੱਚ ਸਾਹਮਣੇ ਆਈਆਂ ਜਿਹੜੀਆਂ ਆਪਣਾ ਜਿਹੜਾ ਬ੍ਰੈਸਟ ਮਿਲਕ ਆ ਉਹਨੂੰ ਡੋਨੇਟ ਕਰਨ ਦੇ ਲਈ ਤਿਆਰ ਨੇ, ਔਰ ਉਹਨਾਂ ਨੇ ਡੋਨੇਟ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਬੱਚਿਆਂ ਨੂੰ ਇਹਦੀ ਪ੍ਰੋਬਲਮ ਨਾ ਆਵੇ, ਤੇ ਉੱਥੋਂ ਉਹ ਜਿਹੜਾ ਮਿਲਕ ਲੈ ਕੇ ਉਹਨਾਂ ਬੱਚਿਆਂ ਤੱਕ ਪਹੁੰਚਾਇਆ ਜਾ ਸਕੇ। ਸਪਲਾਈ ਦਾ ਇਸ਼ੂ, ਇਹਨੂੰ ਰੀਕਾਲ ਕੀਤਾ ਜਾਣਾ। ਕੈਨੇਡਾ ਦੇ ਵਿੱਚ ਇਸ ਵੇਲੇ ਇਹ ਛੋਟੇ ਬੱਚਿਆਂ ਦੇ ਮਾਪੇ ਇਸ ਚੀਜ਼ ਤੋਂ ਪਰੇਸ਼ਾਨ ਨੇ ਕਿ ਜਿਹੜੀਆਂ ਸਟੋਰਾਂ ਦੀਆਂ ਸ਼ੈਲਫਸ ਨੇ ਉੱਥੇ ਬੇਬੀ ਫਾਰਮੂਲਾ ਨਹੀਂ ਮਿਲ ਰਿਹਾ, ਔਰ ਜਿੱਦਾਂ ਪਹਿਲਾਂ ਦੱਸਿਆ ਕਿ ਈਜ਼ੀਲੀ ਰਿਪਲੇਸ ਵੀ ਨਹੀਂ ਕੀਤਾ ਜਾ ਸਕਦਾ, ਤੇ ਇਹਦਾ ਕੋਈ ਹੱਲ ਹਜੇ ਨਜ਼ਰ ਨਹੀਂ ਆ ਰਿਹਾ। ਸੋ ਇੱਕ ਸਪੈਸੀਫਿਕ ਬ੍ਰਾਂਡ ਨੂੰ ਜਦੋਂ ਰੀਕਾਲ ਕੀਤਾ ਤਾਂ ਬਾਕੀਆਂ ਬਾਰੇ ਵੀ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਜਿਹੜੀਆਂ ਪੈਦਾ ਹੋ ਗਈਆਂ, ਲੋਕ ਇਹਦੇ 'ਚੋਂ ਪਰੇਸ਼ਾਨ ਨੇ। ਜਿਹੜੇ ਰੀਕਾਲ ਅਫੈਕਟਡ ਪ੍ਰੋਡਕਟਸ ਨੇ ਜਿਨ੍ਹਾਂ ਦੇ ਉੱਤੇ ਇਹਦਾ ਅਸਰ ਪਿਆ, ਜਿਹੜਾ ਸਿਮੀਲੈਕ ਐਡਵਾਂਸ ਸਟੈਪ 1 ਮਿਲਕ ਬੇਸਡ ਆਇਰਨ ਫੋਰਟੀਫਾਈਡ ਇਨਫੈਂਟ ਫਾਰਮੂਲਾ ਪਾਊਡਰ, ਇਸੇ ਤਰ੍ਹਾਂ ਹੀ ਸਿਮੀਲੈਕ ਐਡਵਾਂਸ ਸਟੈਪ 1 ਮਿਲਕ ਬੇਸਡ ਆਇਰਨ ਫੋਰਟੀਫਾਈਡ ਇਨਫੈਂਟ ਫਾਰਮੂਲਾ ਪਾਊਡਰ, ਫਿਰ ਬਾਕੀ ਜਿਹੜੇ ਇਹਦੇ ਨਾਲ ਲੱਗਦੇ ਨੇ ਸਿਮੀਲੈਕ ਐਡਵਾਂਸ ਸਟੈਪ 2, ਫਿਰ ਜਿਹੜੇ ਬਾਕੀ ਕੁਛ ਇਹਦੇ ਨੇ ਉਹ ਵੀ ਜਿਹੜੇ ਰੀਕਾਲ ਕੀਤੇ ਗਏ ਆ, ਤੇ ਜਿਹਦਾ ਅਸਰ ਇਸ ਵੇਲੇ ਪੈ ਰਿਹਾ। ਸਮੱਸਿਆ ਭਾਵੇਂ ਛੋਟੀ ਲੱਗਦੀ ਹੈ ਕਿ ਬੇਬੀ ਫਾਰਮੂਲਾ ਕੋਈ ਵੱਡੀ ਚੀਜ਼ ਨਹੀਂ, ਪਰ ਜਿਹੜੇ ਮਾਪੇ ਨੇ ਉਹ ਇਹਦੇ ਨਾਲ ਬਹੁਤ ਵੱਡੀ ਪਰੇਸ਼ਾਨੀ ਦੇ ਵਿੱਚੋਂ ਨਿਕਲ ਰਹੇ ਨੇ।
ਅਸੀਂ ਫਾਰਮਿੰਗ ਬਾਰੇ ਪਹਿਲਾਂ ਗੱਲਬਾਤ ਕੀਤੀ। ਇਸ ਵੇਲੇ ਏਵੀਅਨ ਫਲੂ ਲਗਾਤਾਰ ਕੈਨੇਡਾ ਦੇ ਪੋਲਟਰੀ ਫਾਰਮਸ ਦੇ ਵਿੱਚ ਲਗਾਤਾਰ ਫੈਲਿਆ ਆ ਤੇ ਜਿਹਨੇ ਮਜਬੂਰ ਕਰ ਦਿੱਤਾ ਕੁਆਰੰਟੀਨ ਕਰਨ ਦੇ ਲਈ, ਤਾਂ ਕਿ ਬਾਕੀ ਜਿਹੜੀਆਂ ਇਹ ਪੋਲਟਰੀ ਆ ਇਹਨੂੰ ਬਚਾਇਆ ਜਾ ਸਕੇ, ਕਿਉਂਕਿ ਜਿਹੜੇ ਚਿਕਨਸ ਨੇ ਉਹਨਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਆ ਫਲੂ। ਤੇ ਜਦੋਂ ਇੱਕ ਵਾਰੀ ਫੈਲਦਾ ਫਿਰ ਪੂਰੇ ਦਾ ਪੂਰਾ ਜਿਹੜਾ ਉਹ ਫਾਰਮ ਆ ਸਾਰੇ ਦਾ ਸਾਰਾ ਤਬਾਹ ਹੋ ਜਾਂਦਾ ਔਰ ਮਾਸ ਡੈਥਸ ਹੁੰਦੀਆਂ, ਵੱਡੇ ਪੱਧਰ ਦੇ ਉੱਤੇ ਮੁਰਗੀਆਂ ਮਰ ਜਾਂਦੀਆਂ। ਉਹਦੇ ਤੋਂ ਬਚਾਉਣ ਦੇ ਲਈ ਹੁਣ ਕੁਆਰੰਟੀਨ ਦੀ ਪਾਲਿਸੀ ਅਪਣਾਈ ਜਾ ਰਹੀ ਆ। ਐਸਟੀਮੇਟ ਕੀਤਾ ਜਾ ਰਿਹਾ ਕਿ 1.7 ਮਿਲੀਅਨ ਜਿਹੜੇ ਬਰਡਸ ਨੇ ਉਹ ਜਾਂ ਤਾਂ ਮਰ ਗਏ ਆ ਜਾਂ ਮਤਲਬ ਉਹਨਾਂ ਨੂੰ ਐਥੋਨਾਈਜ਼ ਕਰ ਦਿੱਤਾ ਗਿਆ ਇਸ ਵਾਇਰਸ ਦੇ ਕਾਰਨ। ਕੈਨੇਡਾ ਦੇ ਵਿੱਚ 17 ਲੱਖ ਜਿਹੜੇ ਮੁਰਗੀਆਂ ਖਾਸ ਤੌਰ ਦੇ ਉੱਤੇ, ਮੈਜੋਰਿਟੀ ਜਿਹੜੀ ਇਹਨਾਂ ਦੇ ਵਿੱਚ ਸੀਗੀ ਉਹ ਅਲਬਰਟਾ ਤੇ ਓਨਟਾਰੀਓ ਦੇ ਵਿੱਚ ਸੀਗੀ। ਕੈਨੇਡੀਅਨ ਫੂਡ ਇੰਸਪੈਕਟਰ ਨੇ ਕੁਛ ਉਹ ਜਿਹੜੀ ਇੰਸਪੈਕਸ਼ਨ ਏਜੰਸੀ ਆ, ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੱਸ ਰਹੀ ਆ ਕਿ 68 ਪੋਲਟਰੀ ਫਾਰਮਸ ਆ ਜਿਹੜੇ ਇਹਦੇ ਇਸ ਵਾਇਰਸ ਦੇ ਨਾਲ ਦੇਸ਼ ਦੇ ਵਿੱਚ ਇਫੈਕਟ ਹੋਏ ਆ। ਤੇ ਦੂਜੀ ਗੱਲ, ਇਹ ਫੈਲ ਇੰਨੀ ਤੇਜ਼ੀ ਨਾਲ ਰਿਹਾ, ਇਹਦੀ ਸਮੱਸਿਆ ਇਸ ਵੇਲੇ ਇੰਨੀ ਵੱਡੀ ਕਿਉਂ ਆ ਰਹੀ ਹੈ? ਕਿਉਂਕਿ ਜਦੋਂ ਇੱਕ ਵਿਅਕਤੀ ਇੱਕ ਇਨਫੈਕਟਡ ਪੋਲਟਰੀ ਫਾਰਮ ਤੋਂ ਦੂਜੇ ਪੋਲਟਰੀ ਫਾਰਮ ਤੱਕ ਚਲੇ ਜਾਵੇ ਤਾਂ ਵਾਇਰਸ ਉਹਦੇ ਨਾਲ ਵੀ ਚਲੇ ਜਾਂਦਾ। ਤੇ ਫਿਰ ਜਦੋਂ ਇੱਕ ਜਿਹੜੇ ਮੁਰਗੀ ਆ ਉਹਨੂੰ ਕਿਸੇ ਨਾ ਕਿਸੇ ਵੇਲੇ ਉੱਥੇ ਹੋ ਜਾਵੇ ਤਾਂ ਫਿਰ ਸਾਰਿਆਂ ਦੇ ਵਿੱਚ ਇਹ ਕੁਛ ਹੀ ਸਮੇਂ ਦੇ ਵਿੱਚ ਫੈਲ ਜਾਂਦਾ ਤੇ ਫਿਰ ਮਾਸ ਡੈਥ ਹੋ ਜਾਂਦੀ ਹੈ। ਸਾਰਿਆਂ ਦੇ ਸਾਰਾ ਪੋਲਟਰੀ ਫਾਰਮ ਦੇ ਵਿੱਚੋਂ ਜਿਹੜੇ ਐਨੀਮਲਸ ਨੇ ਉਹ ਮਾਰੇ ਜਾਂਦੇ ਆ। BC ਦੇ ਵਿੱਚ ਜਿਹੜੇ ਲੋਕ ਲੰਬੇ ਸਮੇਂ ਤੋਂ ਇਸ ਇੰਡਸਟਰੀ ਦੇ ਵਿੱਚ ਆ ਉਹ ਇਹ ਤੋਂ ਪਰੇਸ਼ਾਨ ਨੇ ਕਿ ਪਹਿਲਾਂ ਕਦੇ ਇਸ ਤਰੀਕੇ ਦੇ ਨਾਲ ਹੋਇਆ ਨਹੀਂ। ਉਹਨਾਂ ਨੂੰ ਹੁਣ ਜਿਹੜੇ ਜਿੱਦਾਂ ਕੋਵਿਡ-19 ਵੇਲੇ PPE ਕਿਟਸ ਪਾ ਕੇ ਲੋਕ ਜਾਂਦੇ ਸੀਗੇ, ਜਿਹੜੇ ਫਰੰਟ ਲਾਈਨ ਵਰਕਰ ਸੀਗੇ ਉਹਨਾਂ ਨੂੰ PPE ਕਿਟਸ ਪਾ ਕੇ ਜਿਹੜੇ ਉੱਥੇ ਪਾਉਣੀਆਂ ਪੈ ਰਹੀਆਂ ਆ। ਤੇ ਇਹ ਵੀ ਆ ਕਿ ਜੇ ਕਿਸੇ ਨੇ ਉੱਥੇ ਜਿਹੜੇ ਕਸਟਮਰ ਆਉਂਦੇ ਆ ਆਂਡੇ ਲੈਣ ਦੇ ਲਈ ਜਾਂ ਹੋਰ ਚੀਜ਼ਾਂ ਪਿਕ ਕਰਨ ਦੇ ਲਈ, ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਆਈਸੋਲੇਸ਼ਨ ਦੇ ਵਿੱਚ ਰੱਖ ਕੇ, ਕੁਆਰੰਟੀਨ ਦੇ ਵਿੱਚ ਰੱਖ ਕੇ ਗੱਲਬਾਤ ਕੀਤੀ ਜਾ ਰਹੀ ਆ ਤਾਂ ਕਿ ਇਹ ਨਾ ਫੈਲੇ। ਜਿਹੜਾ ਕੋਵਿਡ-19 ਆ ਉਹ ਇਸ ਵੇਲੇ ਖਾਤਮੇ ਦੇ ਉੱਤੇ ਆ, ਪਰ ਉਹਦੇ ਤੋਂ ਬਾਅਦ ਜਿਹੜਾ ਇਹ ਏਵੀਅਨ ਫਲੂ ਦਾ ਫੈਲਣਾ ਤੇ ਪੋਲਟਰੀਜ਼ ਦੇ ਉੱਤੇ ਇਹਦਾ ਅਸਰ ਪੈਣਾ, ਇਹਨੇ ਬਹੁਤ ਸਾਰੀ ਚਿੰਤਾ ਇਹਨਾਂ ਫਾਰਮਰਸ ਦੇ ਵਿੱਚ ਪੈਦਾ ਕੀਤੀ ਆ ਤੇ ਜਿਹਦਾ ਕਿਤੇ ਨਾ ਕਿਤੇ ਜਿਹੜਾ ਆਮ ਲੋਕਾਂ ਦੇ ਉੱਤੇ ਵੀ ਪੈ ਰਿਹਾ ਹੈ, ਕਿਉਂਕਿ ਪਰੇਸ਼ਾਨੀ ਉਹਨਾਂ ਨੂੰ ਵੀ ਇਹਦੇ ਨਾਲ ਹੋ ਰਹੀ ਹੈ। ਦੋਸਤੋ, ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਇੱਕ ਗੱਲਬਾਤ ਕਰਨੀ ਆ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਉਹਨਾਂ ਦੇ ਨਾਲ। ਉਹ ਇਸ ਵੇਲੇ ਓਟਵਾ ਦੇ ਵਿੱਚ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਹਾਊਸ ਆਫ ਕਾਮਨਸ ਦੇ ਵਿੱਚ ਕਹਿੰਦੇ ਇੱਕ ਡਿਬੇਟ ਹੋਣਾ ਆ ਜਿਹਦੇ ਵਿੱਚ ਜਿਹੜੀ ਪ੍ਰੇਅਰ ਰੀਡ ਕੀਤੀ ਜਾਂਦੀ, ਪੜ੍ਹੀ ਜਾਂਦੀ ਆ, ਉੱਥੇ ਵੀ ਉਹਨੂੰ ਬੰਦ ਕੀਤਾ ਜਾਵੇ ਹਾਊਸ ਆਫ ਕਾਮਨਸ ਦੇ ਵਿੱਚ ਸ਼ੁਰੂ ਹੋਣ ਤੋਂ ਪਹਿਲਾਂ। ਬਲਾਕ ਵਿਕਵਾ ਦੇ ਮੈਂਬਰ ਪਾਰਲੀਮੈਂਟ ਨੇ ਮਾਰਟਿਨ ਚੈਂਪਕਸ, ਉਹਨਾਂ ਨੇ ਇਹਨੂੰ ਲਿਆਂਦਾ ਆ ਇਸ ਮੋਸ਼ਨ ਨੂੰ। ਰੌਲਾ ਇਹ ਪੈ ਰਿਹਾ ਕਿ ਇਹਨੂੰ ਇਸ ਵੇਲੇ ਲਿਆਂਦਾ ਕਿਉਂ ਗਿਆ ਜਦੋਂ ਕਿ ਹੋਰ ਮਸਲੇ ਬਹੁਤ ਸਾਰੇ ਨੇ। ਕੀ ਗੱਲਬਾਤ ਆ ਇਹਦੇ ਬਾਰੇ ਆਪਾਂ ਇਹ ਜਾਣਕਾਰੀ ਲੈਂਦੇ ਹਾਂ ਮੈਂਬਰ ਪਾਰਲੀਮੈਂਟ ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ ਹੋਣਾ ਨਾਲ। ਸਰ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਐਂਡ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ। ਸਰਾਏ ਸਾਹਿਬ, ਸਾਨੂੰ ਦੱਸਿਓ, ਇਹ ਕੋਈ ਸਵੇਰੇ ਕੰਮਕਾਰ ਸ਼ੁਰੂ ਕਰਨ ਤੋਂ ਪਹਿਲਾਂ ਜਿੱਦਾਂ ਪ੍ਰੇਅਰ ਕੀਤੀ ਜਾਂਦੀ ਹੈ, ਕੋਈ ਹਾਊਸ ਆਫ ਕਾਮਨਸ ਦੇ ਵਿੱਚ ਇੱਦਾਂ ਪ੍ਰੇਅਰ ਹੁੰਦੀ ਹੈ ਤੇ ਹੁਣ ਬੰਦ ਕਿਉਂ ਹੋ ਰਹੀ ਜੀ, ਜਾਂ ਕੀ ਮਾਮਲਾ ਹੈ ਜੀ? ਦੇਖੋ, ਬੰਦ ਨਹੀਂ ਹੋ ਰਹੀ। ਪਹਿਲੀ ਗੱਲ ਤਾਂ ਇਹ ਤਕਰੀਬਨ ਮੇਰੇ ਖਿਆਲ 200 ਸਾਲ ਦੀ ਪਰੰਪਰਾ ਚੱਲਦੀ ਆ ਕਿ ਸਵੇਰੇ ਹਾਊਸ ਆਫ ਕਾਮਨ ਸ਼ੁਰੂ ਕਰਨ ਤੋਂ ਪ੍ਰੇਅਰ ਹੁੰਦਾ। ਜਨਰਲੀ ਇਹ ਕਹਿ ਲਓ ਕ੍ਰਿਸਚਨ ਪ੍ਰੇਅਰ ਹੈਗਾ, ਬਟ ਕਾਫੀ ਜਨਰਲਾਈਜ਼ ਆ, ਕੋਈ ਸਪੈਸੀਫਿਕ ਗੋਡ ਨੂੰ ਨਹੀਂ ਹੈ, ਗੋਡ ਇਟਸੈਲਫ ਨੂੰ ਕੀਤਾ ਜਾਂਦਾ। ਪਰ ਰੀਅਲੀ ਜਿਹੜੀ ਇਹਦੀ ਇੰਟਰਸਟਿੰਗ ਚੀਜ਼ ਹੈ ਕਿ ਇਸ ਵੇਲੇ ਉਹਦੀ ਕੋਈ ਖਾਸ ਹੋਰ ਬੜੇ ਮੁੱਦੇ ਹੈਗੇ ਆ ਜਿੱਥੇ ਬਹਿਸ ਹੋ ਸਕਦੀ ਹੈ, ਪਰ ਜਿਹੜਾ ਬਲਾਕ ਨੇ ਇਹ ਚੁਣਿਆ ਕਾਫੀ ਅਜੀਬ ਜਿਹਾ, ਖਾਸ ਕਰਕੇ ਜਦੋਂ ਪੈਂਡੈਮਿਕ ਤੋਂ ਨਿਕਲ ਰਹੇ ਆ ਔਰ ਸਰਕਾਰ ਦੇ ਔਰ ਇਸ ਵੇਲੇ ਇਨਫਲੇਸ਼ਨ, ਸਪਲਾਈ ਚੇਨ, ਹੋਰ ਬੜੇ ਮਸਲੇ ਆ, ਉਸ ਟਾਈਮ ਦੇ ਵਿੱਚ ਇਹ ਮਸਲਾ ਲਿਆਉਣਾ ਕਾਫੀ ਅਜੀਬ ਜਿਹੀ ਗੱਲ ਆ। ਨੋਰਮਲੀ ਜੂਨ ਦੇ ਵਿੱਚ ਸਟੈਂਡਿੰਗ ਆਰਡਰਸ ਜਿਹੜੇ ਹਾਊਸ ਦੇ ਹੁੰਦੇ ਆ ਉਹਨਾਂ ਦੇ ਉੱਤੇ ਇਹ ਬਹਿਸ ਚੱਲਦੀ ਹੁੰਦੀ ਆ ਔਰ ਉਹ ਕਮੇਟੀ ਦੇਖਦੀ ਹੁੰਦੀ ਵੀ ਕਿਹੜੀਆਂ ਪਰੰਪਰਾ ਜਾਂ ਪ੍ਰੈਕਟਿਸਿਸ ਚੇਂਜ ਕਰਨ ਵਾਲੀਆਂ ਉਹ ਟਾਈਮ ਟੂ ਟਾਈਮ ਐਡਜਸਟ ਕਰਦੇ। ਪਰ ਬਲਾਕ ਕੁਬੈਕ ਵਾ ਜਿਹੜੀ ਕਿ ਕੁਬੈਕ ਦੀ ਸੈਪਰੇਟਿਸਟ ਪਾਰਟੀ ਆ, ਉਹ ਨਹੀਂ ਇਹ ਪ੍ਰਪੋਜ਼ ਕੀਤਾ ਹੈਗਾ ਮੋਸ਼ਨ। ਸੋ ਮਤਲਬ ਅਜੇ ਕੋਈ ਬੰਦ ਨਹੀਂ ਹੋ ਰਹੀ, ਕੁਝ ਲੋਕ ਕਹਿ ਰਹੇ ਆ ਵੀ ਇਹ ਬੰਦ ਹੋਣੀ ਚਾਹੀਦੀ ਹੈ।
ਹਾਂਜੀ, ਇੱਕ ਪਾਰਟੀ ਦਾ ਮੋਸ਼ਨ ਆ ਬਲਾਕ ਕਿਬਕਵਾ ਦਾ, ਔਰ ਉਹ ਵੀ ਬੰਦ ਨਹੀਂ ਕਹਿ ਰਿਹਾ, ਉਹ ਥੋੜਾ ਚੇਂਜ ਕਰਨ ਨੂੰ ਚੇਂਜ ਕਰਨ ਵਾਸਤੇ ਕਹਿ ਰਿਹਾ। ਉਹ ਕਹਿੰਦੇ ਕਿ ਰੈਦਰ ਦੈਨ ਪ੍ਰੇਅਰ ਦੇ ਤੌਰ ਤੇ ਇਹਨੂੰ ਮੂਮੈਂਟ ਆਫ ਰਿਫਲੈਕਸ਼ਨ ਕਰ ਲਓ, ਕਿ ਜਿਹੜਾ ਵੀ ਆਪਣਾ ਵਿਅਕਤੀ ਉਹ ਆਪਣੇ ਮਨ ਦੇ ਵਿੱਚ, ਜਿਵੇਂ ਆਪਾਂ ਅਰਦਾਸ ਕਹਿ ਲੈਂਦੇ ਜਾਂ ਪ੍ਰੇਅਰ ਕਹਿ ਲੈਂਦੇ, ਉਹ ਆਪਣੇ ਮਨ ਦੇ ਵਿੱਚ ਆਪਣੀ ਅਰਦਾਸ ਕਰ ਲਵੇ ਉਸ ਵੇਲੇ, ਪਰ ਆਊਟ ਲਾਊਡ ਨਾ ਹੋਊਗਾ, ਤਾਂ ਕਿ ਡਿਫਰੈਂਟ ਧਰਮਾਂ ਨੂੰ ਇਹ ਰਿਸਪੈਕਟ ਕਰਦਾ ਹੋਊਗਾ। ਔਰ ਜਿਹੜੇ ਆਸਤਿਕ ਹੈਗੇ ਆ ਵਰਸਸ ਨਾਸਤਿਕ, ਇਹ ਕੋਈ ਇਸ਼ੂ ਨਾ ਹੋਊਗਾ। ਤੁਸੀਂ ਜਿੱਦਾਂ ਤੁਸੀਂ ਆਪਣੇ ਮਨ ਦੇ ਵਿੱਚ ਪ੍ਰੇਰਨਾ ਜਾਂ ਰਿਫਲੈਕਸ਼ਨ ਜਾਂ ਮੈਡੀਟੇਸ਼ਨ ਕਰਨਾ ਚਾਹੁੰਦੇ, ਉਹ 2 ਮਿੰਟ ਲਈ ਕਰ ਲਓ। ਇਹ ਉਹਨਾਂ ਦੀ ਪ੍ਰਪੋਜ਼ਲ ਹੈਗੀ ਆ। ਇਸ ਵੇਲੇ ਮੇਰੇ ਖਿਆਲ ਅਜੇ ਪਾਰਟੀਆਂ ਨੇ ਡਿਸਾਈਡ ਨਹੀਂ ਕੀਤਾ, ਨਾ ਅਜੇ ਸਾਡੀ ਪਾਰਟੀ ਨੇ ਡਿਸਾਈਡ ਕੀਤਾ ਵੇ ਤੇ ਕੀ ਐਕਸ਼ਨ ਲੈਣਾ। ਇਹ ਜ਼ਰੂਰ ਕਿਹਾ ਗਿਆ ਵੇ ਟਾਈਮਲੀ ਨਹੀਂ ਹੈਗਾ, ਹੋਰ ਬੜੇ ਪ੍ਰੈਸਿੰਗ ਮਸਲੇ ਆ ਤੇ ਉਹਨਾਂ ਦੇ ਉੱਤੇ ਧਿਆਨ ਕੀਤਾ ਜਾਣਾ ਚਾਹੀਦਾ। ਇਹ ਇੱਕ ਮਸਲਾ ਨਾਲ ਜਿਹੜਾ ਕਿ ਆਮ ਬਿਗਰ ਇਸ਼ੂਜ਼ ਤੋਂ ਦੂਰ ਲੈ ਕੇ ਜਾ ਰਿਹਾ। ਸਰਾਜ ਸਾਹਿਬ, ਵੈਸੇ ਹੁੰਦਾ ਕੀ ਆ? ਮਤਲਬ ਕੋਈ ਇੱਕ ਵਿਅਕਤੀ ਉੱਥੇ ਫਿਰ ਇਹ ਪ੍ਰੇਅਰ ਪੜ੍ਹਦਾ ਆ, ਸਾਰੇ ਪ੍ਰੇਅਰ ਬੋਲਦੇ ਆ, ਇਹ ਕਦੋਂ ਹੁੰਦੀ ਆ ਤੇ ਉਸ ਤੋਂ ਬਾਅਦ ਕਾਰਵਾਈ ਸ਼ੁਰੂ ਹੁੰਦੀ? ਥੋੜਾ ਜਿਹਾ ਸਾਨੂੰ ਪ੍ਰੋਸੈਸ ਦੱਸੋਗੇ ਸਾਡੇ ਦਰਸ਼ਕਾਂ ਨੂੰ ਵੀ, ਉੱਥੇ ਹੁੰਦਾ ਕੀ ਹੈ? ਸ਼ੋਰ, ਹਾਂਜੀ ਜ਼ਰੂਰ। ਸਾਡਾ ਸਪੀਕਰ ਜਦੋਂ ਮੇਸ ਅੰਦਰ ਲਿਆਉਣ ਤੋਂ ਪਹਿਲਾਂ, ਮੇਸ ਹੁੰਦੀ ਜਿਹੜੀ ਲੌਂਗ, ਜਿਹੜਾ ਬਰਾਸ ਗੋਲਡ ਦਾ ਮੇਸ ਹੁੰਦਾ, ਮੇਰੇ ਖਿਆਲ ਪੰਜਾਬੀ 'ਚ ਵੀ ਉਹਦਾ ਸ਼ਬਦ ਹੈਗਾ, ਜਿਹੜਾ ਕਿ ਹਨੂਮਾਨ ਜਾਂ ਹੋਰ ਮੂਵੀਆਂ 'ਚ ਵੀ ਦੇਖੇ ਸੇਮ ਹੀ ਉਹ ਵੈਪਨ ਹੁੰਦਾ, ਔਰ ਸਿੰਬਲਾਈਜ਼ ਕਰਦਾ ਓਪਨਨੈਸ ਆਫ ਪਾਰਲੀਮੈਂਟ। ਉਹਨੂੰ ਆਉਣ ਤੋਂ ਪਹਿਲਾਂ ਸਪੀਕਰ ਇੱਕ ਪ੍ਰੇਅਰ ਕਰਦਾ, ਔਰ ਜਿੰਨੇ ਵੀ MP ਉਸ ਵੇਲੇ ਅੰਦਰ ਹੁੰਦੇ ਆ, ਉਹ ਉਸ ਵੇਲੇ ਉਹ ਪ੍ਰੇਅਰ ਨੂੰ ਸੁਣਦੇ ਹੁੰਦੇ, ਔਰ ਯੂਜਲੀ ਉਹ ਇਹੀ ਹੁੰਦਾ, ਆਲਮਾਈਟੀ ਗॉड ਵੀ ਗਿਵ ਥੈਂਕਸ ਫॉर द great blessings that we have bestowed on Canada and its citizen। ਤਾਂ ਫਿਰ ਉਹ ਕਹਿੰਦਾ ਕਿ ਪਾਰਲੀਮੈਂਟ, ਸਾਡੀ ਰਾਣੀ ਕੁਈਨ ਐਲਿਜ਼abeth, ਗਵਰਨਰ ਜਨਰਲ, ਇਹਨਾਂ ਨੂੰ ਤੇ ਜਿੰਨੇ ਵੀ ਮੈਂਬਰ ਪਾਰਲੀਮੈਂਟ, ਇਹਨਾਂ ਨੂੰ ਸਮਰੱਥਾ ਬਖਸ਼ੋ, ਇਹਨਾਂ ਨੂੰ ਸਟਰੈਂਥ ਬਖਸ਼ੋ ਆਪਣੀਆਂ ਡਿਊਟੀਆਂ ਜ਼ਿੰਮੇਵਾਰੀਆਂ ਸੰਭਾਲਣ ਵਾਸਤੇ, ਤਾਂ ਕਿ ਅਸੀਂ ਵਧੀਆ ਲਾਅ ਔਰ ਵਧੀਆ ਡਿਸੀਜਨ ਕੀਤੇ ਜਾਣ। ਸੋ ਇਹ ਬਹੁਤ ਸਿੰਪਲ ਪ੍ਰੇਅਰ ਹੁੰਦਾ, ਸਮਾਲ ਇੱਕ ਪੈਰਾਗ੍ਰਾਫ ਦਾ ਪ੍ਰੇਅਰ ਹੈਗਾ। ਔਰ ਉਸ ਤੋਂ ਬਾਅਦ ਫਿਰ ਸਾਰੇ ਏਮੈਨ ਕਹਿ ਕੇ ਤੇ ਫਿਰ ਡੋਰਾਂ ਖੋਲ੍ਹਦੀਆਂ, ਤੇ ਫਿਰ ਉਸੇ ਵੇਲੇ ਸਰਜੈਂਟ ਇਨ ਆਰਮਸ ਜਿਹੜਾ ਹੈਗਾ ਚੀਫ ਸਿਕਿਉਰਿਟੀ ਹੈਡ ਪਾਰਲੀਮੈਂਟ ਦਾ, ਉਹ ਮੇਸ ਨੂੰ ਲੈ ਕੇ ਆਉਂਦਾ ਔਰ ਮੂਹਰੇ ਰੱਖ ਦਿੰਦਾ। ਜਦੋਂ ਮੇਸ ਰੱਖ ਹੁੰਦੀ, ਉਦੋਂ ਫਿਰ ਪਾਰਲੀਮੈਂਟ ਸਮਝਿਆ ਜਾਂਦਾ ਕਿ ਉਸ ਵੇਲੇ ਚੱਲਦਾ ਔਰ ਓਪਨ ਹੋ ਜਾਂਦਾ। ਤੇ ਹੁਣ ਮਾਮਲਾ ਇਹ ਹੈ, ਜਿਹੜੇ ਬਲਾਕ ਕਿਬਕਵਾ ਵਾਲੇ ਕਹਿ ਰਹੇ ਆ ਵੀ ਇਹ ਚੁੱਪ-ਚਾਪ ਆਪਣੇ ਮੂੰਹ ਦੇ ਵਿੱਚ ਹੀ ਅੰਦਰ ਹੀ ਕਰ ਲਈ ਜਾਵੇ। ਹਾਂਜੀ, ਉਹ ਕਹਿੰਦੇ ਕਿ ਪ੍ਰੇਅਰ ਓਪਨਿੰਗ ਦੇ ਵੇਲੇ ਨਾ ਹੋਇਆ ਜਾਊਗਾ, ਇਹ ਸਿਰਫ ਇਹ ਰੀਡਿੰਗ ਕਰਨ ਦੇ ਇਲਾਵਾ ਅ ਮੂਮੈਂਟ ਆਫ ਰਿਫਲੈਕਸ਼ਨ ਕੀਤੀ ਜਾਵੇ ਕੋਈ ਬਿਜ਼ਨਸ ਸਟਾਰਟ ਕਰਨ ਤੋਂ ਪਹਿਲਾਂ। ਔਰ ਉਹ ਮੂਮੈਂਟ ਆਫ ਰਿਫਲੈਕਸ਼ਨ ਅੱਖਾਂ ਬੰਦ ਕਰਕੇ ਤਾਂ ਤੁਸੀਂ ਆਪਣਾ ਰਿਫਲੈਕਸ਼ਨ ਕਰਕੇ ਫਿਰ ਸਪੀਕਰ ਹੋਊਗਾ ਵੀ ਨਾਓ ਓਪਨ ਦ ਗੇਟਸ, ਐਂਡ ਉਦੋਂ ਫਿਰ ਸਰਜੈਂਟ ਆਫ ਆਰਮ ਆ ਜਾਊਗਾ। ਸੋ ਉਹ ਜਿਹੜੀ ਕਹਿ ਲਓ ਪ੍ਰੇਅਰ ਜਾਂ ਅਰਦਾਸ ਆ, ਉਹਨੂੰ ਰਿਪਲੇਸ ਕਰਕੇ ਇੱਕ ਮੂਮੈਂਟ ਆਫ ਰਿਫਲੈਕਸ਼ਨ ਕੀਤੀ ਜਾਊਗੀ। ਇਸ ਵੇਲੇ ਕਾਰਨ ਕੀ ਸਮਝਿਆ ਜਾ ਰਿਹਾ ਜੀ? ਇੱਕ ਪਾਸੇ ਪੈਂਡੈਮਿਕ ਤੋਂ ਬਾਹਰ ਆਏ ਆ, ਦੂਜੇ ਪਾਸੇ ਯੂਕਰੇਨ ਰਸ਼ੀਆ ਦਾ ਮਾਮਲਾ ਬਹੁਤ ਵੱਡਾ ਆ, ਇਨਫਲੇਸ਼ਨ ਆ, ਇੰਟਰਸਟ ਰੇਟ ਆ। ਇਸ ਮਸਲੇ ਦੇ ਉੱਤੇ ਹੁਣ ਇਹ ਗੱਲਬਾਤ ਕਿਉਂ ਲਿਆਂਦੀ ਜਾ ਰਹੀ ਜੀ? ਬੜੀ ਅਜੀਬ ਹੈ, ਸਾਨੂੰ ਵੀ ਨਹੀਂ ਸਮਝ ਆ ਰਹੀ ਹੈ ਇਹ। ਔਰ ਖਾਸ ਕਰਕੇ ਜਿਹੜਾ ਜਾਂ ਤਾਂ ਉਹ ਆਪਣਾ ਸੈਕੂਲਰ ਇਸ਼ੂ ਜਿਹਦੇ ਕਰਕੇ ਉਹ ਬਿੱਲ C-21 ਕਬੈਕ ਦੇ ਵਿੱਚ ਹੈਗਾ, ਉਹਨੂੰ ਸੰਬੋਧਨ ਕਰਦਿਆਂ ਹੋਇਆ ਇਹ ਜਸਟੀਫਾਈ ਕਰਨ ਨੂੰ ਕਰਦੇ ਕਿ ਫੇਥ ਸਿਆਸਤ 'ਚ ਨਹੀਂ ਚਾਹੀਦਾ। ਪਰ ਜੇ ਤੁਸੀਂ ਉੱਥੇ ਜਾ ਕੇ ਦੇਖੋ, ਉਹਨਾਂ ਦਾ ਐਕਚੁਅਲੀ ਕ੍ਰਾਸ ਲੱਗਾ ਲੈਜਿਸਲੇਚਰ ਦੇ ਵਿੱਚ, ਜਿਹੜਾ ਕਬੈਕ ਦਾ ਵਿਧਾਨ ਸਭਾ ਹੈਗਾ। ਸੋ ਓਨੈਸਟਲੀ ਮੈਂ ਕਹਿ ਨਹੀਂ ਸਕਦਾ, ਮੈਂ ਕੋਈ ਐਸਟੀਮੇਟ ਨਹੀਂ ਕਰਨਾ ਚਾਹੁੰਦਾ ਜਾਂ ਸਪੈਕੂਲੇਟ ਨਹੀਂ ਕਰਨਾ ਚਾਹੁੰਦਾ ਵੀ ਕਿਸ ਕਾਰਨ ਕੀਤਾ, ਪਰ ਇਹ ਜ਼ਰੂਰ ਨਹੀਂ ਸਮਝਿਆ ਜਾਂਦਾ ਜਿੱਥੇ ਹੋਰ ਬੜੇ ਮਸਲੇ ਵੱਡੇ ਹੈਗੇ ਆ ਇਸ ਵੇਲੇ, ਜਿਵੇਂ ਤੁਸੀਂ ਨਹੀਂ ਕਿਹਾ ਪੈਂਡੈਮਿਕ ਆ, ਇਨਫਲੇਸ਼ਨ ਆ, ਸਪਲਾਈ ਚੇਨ ਦੇ ਬੜੇ ਮਸਲੇ ਆ, ਯੂਕਰੇਨ ਰਸ਼ੀਆ ਦੀ ਵੋਰ ਚੱਲ ਰਹੀ ਆ, ਕਲਾਈਮੇਟ ਚੇਂਜ ਦੀ ਗੱਲ ਆਉਂਦੀ ਆ। ਇਹ ਵੱਡੀਆਂ ਮਸਲੇ ਹੈਗੇ ਆ ਕਿ ਉਹ ਆਪਣੇ ਰਿਸੋਰਸ ਤੇ ਟਾਈਮ, ਕਿ ਉਹਨਾਂ ਕੋਲ ਵੀ ਲਿਮਿਟਿਡ ਅਮਾਊਂਟ ਹੁੰਦੇ ਆ ਮੋਸ਼ਨ ਦਾ ਬਿੱਲ ਪੇਸ਼ ਕਰਨ ਨੂੰ, ਉਹ ਇਹਦੇ ਉੱਤੇ ਧਿਆਨ ਦੇਣ ਲੱਗੇ ਕਿ ਜਿਹੜੀ ਇੱਕ ਬਹੁਤ ਮਾਮੂਲੀ ਗੱਲ ਆ, ਆਮ ਵਿਅਕਤੀ ਨੂੰ, ਆਮ ਕੈਨੇਡੀਅਨ ਨੂੰ ਪਤਾ ਵੀ ਨਹੀਂ ਹੈਗਾ ਇਹ ਹੁੰਦੀ ਆ। ਔਰ ਨਾ ਹੀ ਇਹਦੇ ਨਾਲ ਕੋਈ ਖਾਸ ਕੋਈ ਚੇਂਜ ਹੋਣਾ ਜੇ ਇਹ ਇਹਨਾਂ ਦੀ ਪਾਸ ਵੀ ਹੋ ਜਾਵੇ। ਸੇਮ ਹੀ ਗੱਲ ਹੈਗੀ ਆ ਕਿ ਚਾਹੇ ਉਹ ਆਊਟ ਲਾਊਡ ਪ੍ਰੇਅਰ ਕੀਤਾ ਜਾਂਦਾ, ਚਾਹੇ ਉਹ ਆਪਣੇ ਗੁਪਤ ਪ੍ਰੇਅਰ ਕੀਤਾ ਜਾਊਗਾ, ਇੰਨਾ ਹੀ ਫਰਕ ਹੈਗਾ। ਸੋ ਮੈਨੂੰ ਆਪ ਨਹੀਂ ਅਜੇ ਸਮਝ ਆਉਂਦੀ ਵੀ ਉਹਨਾਂ ਨੂੰ ਕੀ ਇੰਟਰਸਟ ਹੈ ਇਸ ਬਿੱਲ ਦੇ ਨਾਲ, ਇਸ ਮੋਸ਼ਨ ਦੇ ਨਾਲ। ਪਰ ਹੋਪਫੁਲੀ ਉਹਨਾਂ ਨੂੰ ਥੋੜ੍ਹੀ ਜਿਹੀ ਸਮਰੱਥ ਆ ਜੂਗੀ ਤਾਂ ਇਹਨੂੰ ਆਈਦਰ ਵਿਦਡਰਾ ਜਾਂ ਰਿਵਾਈਜ਼ ਕਰ ਲੈਣਗੇ। ਪਰ ਹਜੇ ਸਾਰੇ ਪਾਰਟੀਆਂ ਨੇ ਹਜੇ ਤੱਕ ਮੈਂ ਡਿਟਰਮੀਨੇਸ਼ਨ ਦੇਖੀ ਨਹੀਂ ਹੈਗੀ ਕਿ ਕੌਣ ਇਹਦੀ ਸਪੋਰਟ ਕਰ ਰਿਹਾ ਜਾਂ ਇਹਦੀ ਨਿਖੇਧੀ ਕਰ ਰਿਹਾ। ਹਜੇ ਕਿਸੇ ਨੇ ਅਨਾਊਂਸ ਨਹੀਂ ਕੀਤਾ।
ਸਰਾਏ ਸਾਹਿਬ, ਇਹਨੂੰ ਉਸ ਗੱਲਬਾਤ ਜਿਹੜਾ ਬਿੱਲ C-21 ਦੀ ਤੁਸੀਂ ਗੱਲ ਕਰਦੇ ਹੋ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਵੀ ਕੁਬੈਕ ਦੇ ਵਿੱਚ ਪਿੱਛੇ ਜੇ ਇਹਨਾਂ ਨੇ ਕਹਿ ਦਿੱਤਾ ਸੀ ਵੀ ਕੋਈ ਵੀ ਜਿਹੜਾ ਰਿਲੀਜੀਅਸ ਸਿੰਬਲ, ਚਾਹੇ ਤੁਸੀਂ ਦਸਤਾਰ ਬੰਨ੍ਹ ਕੇ ਟੀਚਿੰਗ ਨਹੀਂ ਕਰ ਸਕਦੇ, ਪੜ੍ਹਾ ਨਹੀਂ ਸਕਦੇ ਜਾਂ ਕੁਝ ਖਾਸ ਪ੍ਰੋਫੈਸ਼ਨ ਦੇ ਵਿੱਚ ਨਹੀਂ ਜਾ ਸਕਦੇ, ਇਹਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਵੀ ਉਹ ਚਾਹੁੰਦੇ ਆ ਵੀ ਧਰਮ ਨੂੰ ਬਿਲਕੁਲ ਪਾਸੇ ਕਰ ਦਿੱਤਾ ਜਾਵੇ, ਬਾਕੀ ਸਾਰੇ ਕੰਮਾਂ ਕਾਰਾਂ ਦੇ ਵਿੱਚ ਕੁਝ ਲੋਕ ਕਿਸੇ ਧਰਮ ਨੂੰ ਮੰਨਦੇ ਆ, ਕੁਝ ਲੋਕ ਮੰਨਦੇ ਹੀ ਨਹੀਂ ਕਿਸੇ ਧਰਮ ਨੂੰ, ਵੀ ਸੈਕੂਲਰ ਹੋਣਾ ਚਾਹੀਦਾ। ਬਿਲਕੁਲ, ਇਹ ਆਈ ਥਿੰਕ ਕੁਬੈਕ ਦਾ ਥੋੜ੍ਹਾ ਜਿਹਾ ਇਹ ਸਿਧਾਂਤ ਜਾਂ ਕਹਿ ਲਓ ਉਹਨਾਂ ਦਾ ਪਰਸਪੈਕਟਿਵ ਹੈਗਾ ਬਹੁਤ ਡਿਫਰੈਂਟ ਆ ਇਸ ਗੱਲ ਦੇ ਵਿੱਚ। ਉਹ ਰਿਲੀਜੀਅਸ ਸਿੰਬਲਸ ਨੂੰ ਫਰਾਂਸ ਦੇ ਰੂਪ ਦੇ ਨਾਲ ਦੇਖਿਆ ਜਾਂਦਾ ਤਾਂ ਉਹ ਜਿਵੇਂ ਫਰਾਂਸ ਦੇ ਵਿੱਚ ਵੀ ਉਹ ਹਿਜਾਬ, ਦਸਤਾਰ ਇਹਨਾਂ ਨੂੰ ਕਾਫੀ ਲਿਮਿਟ ਕਰਦੇ ਆ, ਖਾਸ ਕਰਕੇ ਜਦੋਂ ਡਰਾਈਵਰ ਲਾਇਸੈਂਸ ਲੈਣਾ ਜਾਂ ਕਲਾਸ ਜਾਣਾ ਜਾਂ ਈਵਨ ਜਿਹੜੀ ਹਿਜਾਬ ਪਾ ਕੇ ਲੋਕ ਕਿਸੇ ਨੇ ਬੀਚ 'ਤੇ ਜਾਣਾ ਜਾਂ ਉਹਨਾਂ ਦਾ ਬਰਕੀਨੀ ਉਹਨੂੰ ਕਹਿ ਦਿੰਦੇ ਜਿਹੜਾ ਪੂਰੇ ਕੱਪੜੇ ਨਾਲ ਸਵਿਮਿੰਗ ਕਰਨਾ, ਇਹਨੂੰ ਉਹ ਬੜਾ ਮਾੜਾ ਗਿਣਿਆ ਜਾਂਦਾ ਜਾਂ ਉਹ ਕਹਿੰਦੇ ਅਲਾਓ ਨਹੀਂ ਕਰਦੇ, ਵਿਚ ਇਜ਼ ਵੈਰੀ ਸਟਰੇਂਜ। ਇਹ ਉਹਦੇ ਨਾਲ ਕੋਰਿਲੇਟ ਕਰਕੇ ਮੇਰੇ ਖਿਆਲ ਕਰ ਰਿਹਾ ਸਮਹਾਉ ਰਿਲੀਜਨ ਨੂੰ ਕੋਈ ਸਪੇਸ ਇਨ ਪਾਰਲੀਮੈਂਟ ਨਹੀਂ ਚਾਹੀਦਾ। ਸੋ ਆਈ ਥਿੰਕ ਇਹ ਉਹਦੀ ਹੈ। ਇੱਕ ਵਾਰੀ ਮੇਰੇ ਖਿਆਲ ਪਹਿਲਾਂ ਵੀ ਬਹਿਸ ਚੱਲੀ ਸੀਗੀ ਈਅਰਸ ਬੈਕ, ਸਵੈਨ ਰੋਬਿਨਸਨ ਨੇ ਜੋ NDP ਦੇ MP, ਉਹਨੇ ਵੀ ਕੁਛ ਸਿਮਿਲਰ ਕੀਤੀ ਸੀਗੀ ਓਥ ਦੇ ਵਿੱਚ, ਕੈਨੇਡਾ ਦੀ ਆਈ ਥਿੰਕ ਓਥ ਦੇ ਵਿੱਚ ਵੀ ਗੋਡ ਦਾ ਰੈਫਰੈਂਸ ਨਹੀਂ ਚਾਹੀਦਾ। ਆਈ ਡੋਂਟ ਨੋ ਇਹ ਉਹਦੇ ਨਾਲ ਸੰਬੰਧਿਤ ਕਰ ਰਿਹਾ, ਮੈਂ ਵੀ ਸਪੈਕੂਲੇਟ ਕਰ ਦੇਵਾਂ, ਪਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਜੇ ਬਲਾਕ ਦੇ ਪਰਸਪੈਕਟਿਵ ਤੋਂ ਦੇਖਿਆ ਜਾਵੇ ਇਹ ਤਾਲਮੇਲ ਲੱਗਦਾ ਕਿ ਉਹ ਉਹਨੂੰ ਜਸਟੀਫਾਈ ਕਰਨ ਵਾਸਤੇ ਕਹਿ ਰਿਹਾ ਕਿ ਰਿਲੀਜਨ ਦਾ ਕੋਈ ਸਿਆਸਤ ਦੇ ਵਿੱਚ ਹਿੱਸਾ ਨਹੀਂ ਚਾਹੀਦਾ। ਪਰ ਆਈ ਥਿੰਕ ਇਹ ਤਾਂ ਇੱਕ ਸਮਾਲ ਪ੍ਰੇਅਰ ਆ ਕਿ ਜਿਹੜੇ ਸਾਰੇ ਪਾਰਟੀ ਵਾਲੇ ਇਕੱਠੇ ਹੋ ਕੇ ਕਰਦੇ, ਔਰ ਪਰੰਪਰਾ ਬੜੀ ਚਿਰ ਦੀ ਚੱਲਦੀ ਆ, ਇਹਦੇ ਵਿੱਚ ਕੋਈ ਰੀਅਲੀ ਡਿਨੋਮੀਨੇਸ਼ਨ ਦਾ ਵੀ ਨਹੀਂ ਹੈਗਾ, ਔਰ ਹਰ ਇੱਕ ਆਪਣਾ ਆਪ ਦਾ ਪ੍ਰੇਅਰ ਉਸ ਵੇਲੇ ਕਰਦਾ ਆ। ਸੋ ਆਈ ਥਿੰਕ ਇਹਦਾ ਕੋਈ ਗਲਤੀ ਨਹੀਂ ਹੈਗੀ ਜੋ ਹੈਗੀ ਆ, ਤੇ ਜੋ ਨਹੀਂ ਪ੍ਰਪੋਜ਼ ਕੀਤਾ ਉਹ ਵੀ ਕੋਈ ਖਾਸ ਮਾੜਾ ਵੀ ਨਹੀਂ ਹੈਗਾ। ਮੈਂ ਵੀ ਕਹਿ ਦੇਵਾਂ ਉਹਨੇ ਵੀ ਕਿਹਾ ਕਿ ਰਿਫਲੈਕਸ਼ਨ ਆਪਣਾ ਆਪ ਦਾ ਪ੍ਰੇਅਰ ਹਰ ਇੱਕ ਆਪ ਕਰੇ, ਜਿਹੜਾ ਕਿ ਉਹ ਵੀ ਠੀਕ ਗੱਲ ਲੱਗਦੀ ਹੈ, ਕੋਈ ਇੰਨੀ ਖਾਸ ਮਾੜੀ ਨਹੀਂ। ਪਰ ਇਹ ਜ਼ਰੂਰ ਹੈਗਾ ਕਿ ਇਸ ਵੇਲੇ ਹੋਰ ਵੱਡੇ ਮਸਲੇ ਹੈਗੇ ਆ, ਉਹਦੇ ਵਿੱਚ ਇਹ ਲਿਆਉਣਾ ਇੱਕ ਮਸਲਾ ਇਹ ਬੜਾ ਅਜੀਬ ਲੱਗ ਰਿਹਾ ਇਸ ਵੇਲੇ। ਸਰਾਜ ਸਾਹਿਬ, ਆਖਰੀ ਸਵਾਲ, ਹਜੇ ਤੱਕ ਕਿਸੇ ਪਾਰਟੀ ਨੇ ਕੁਝ ਦੱਸਿਆ ਨਹੀਂ ਵੀ ਉਹਨਾਂ ਦਾ ਸਟੈਂਡ ਕੀ ਆ। ਹੁਣ ਇਹ ਗੱਲ ਇਹਦੇ ਤੇ ਕਦੋਂ ਬਹਿਸ ਹੋਊਗੀ, ਇਹਦੇ ਤੇ ਫਿਰ ਟਾਈਮ ਹੋਊਗਾ ਜਾਂ ਵੱਖ ਪਾਰਟੀਆਂ ਦੇ ਕਦੋਂ ਸਟੈਂਡ ਸਾਹਮਣੇ ਆਉਣਗੇ ਵੀ ਉਹ ਇਹਦੇ ਨਾਲ ਐਗਰੀ ਕਰਦੇ ਆ ਜਾਂ ਨਹੀਂ? ਹਾਂਜੀ, ਇਹ ਦੇਖੋ ਆਈ ਥਿੰਕ ਇਹਨੀ ਹੁਣੀ ਆਪੋਜੀਸ਼ਨ ਦੇ ਮੋਸ਼ਨ ਪੇਸ਼ ਕੀਤਾ ਅੱਜ, ਸੋ ਇਹਦੇ ਉੱਤੇ ਆਉਣ ਵਾਲੇ ਹਫ਼ਤੇ ਦੇ ਵਿੱਚ ਹੀ ਹੋਊਗਾ ਇਹਦੀ ਵੋਟ। ਆਈ ਥਿੰਕ ਸ਼ਾਇਦ ਇਹਦੀ ਥਰਸਡੇ ਫਰਾਈਡੇ ਤੱਕ ਵੀ ਹੋ ਜੂਗੀ, ਮੈਂ ਹਾਊਸ ਕੈਲੰਡਰ ਨਹੀਂ ਹਜੇ ਦੇਖਿਆ, ਸੋ ਇਸ ਹਫ਼ਤੇ ਜਾਂ ਅਗਲੇ ਹਫ਼ਤੇ ਤੱਕ ਇਹਦੀ ਵੋਟ ਪ੍ਰੋਬਬਲੀ ਪਊਗੀ। ਸੋ ਯੂਜਲੀ ਇਹ ਮਾਰਨਿੰਗ ਆ ਵੀ ਦੱਸਦੇ ਹੁੰਦੇ ਆ ਜਾਂ ਇੱਕ ਰਾਤ ਪਹਿਲਾਂ ਦੱਸ ਦਿੰਦੇ ਵੀ ਕਿਹੜੇ ਸਾਡੇ ਮੋਸ਼ਨ ਕੱਲ੍ਹ ਨੂੰ ਆਉਣੇ ਆ ਆਪੋਜੀਸ਼ਨ ਡੇ ਦੇ ਵਿੱਚ, ਅਤੇ ਉਹਦੇ ਉੱਤੇ ਹੁਣ ਬਹਿਸ ਚੱਲੂਗੀ ਆਈਦਰ ਅੱਜ ਈਵਨਿੰਗ ਤੋਂ ਜਾਂ ਕੱਲ੍ਹ ਨੂੰ ਚੱਲੂਗੀ, ਤਾਂ ਫਿਰ ਪੋਜੀਸ਼ਨ ਸਾਰੇ ਆਪਣੇ ਆਪ ਦੱਸਣਗੇ ਵੀ ਉਹ ਕਿੱਥੇ ਸਟੈਂਡ ਕਰਦੇ ਇਹਦੇ ਉੱਤੇ। ਬਹੁਤ ਬਹੁਤ ਮਿਹਰਬਾਨੀ ਸਰਾਜ ਸਾਹਿਬ, ਤੁਸੀਂ ਆਟਵਾ ਦੇ ਵਿੱਚੋਂ ਇਸ ਵੇਲੇ ਸਾਡੇ ਲਈ ਖਾਸ ਤੌਰ 'ਤੇ ਸਮਾਂ ਕੱਢਿਆ, ਸਾਡੇ ਦਰਸ਼ਕਾਂ ਨੂੰ ਇਸ ਮਸਲੇ ਤੋਂ ਜਾਣੂ ਕਰਵਾਇਆ, ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ। ਦੋਸਤੋ, ਅਸੀਂ ਗੱਲਬਾਤ ਕੀਤੀ ਸਰਦਾਰ ਸਰਾਜ ਸਾਹਿਬ ਦੇ ਨਾਲ, ਔਰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਸਾਨੂੰ ਇਹ ਗੱਲ ਸਮਝਾਈ। ਮਾਮਲਾ ਬੜਾ ਅਜੀਬ ਆ, ਪਰ ਬਲਾਕ ਕੁਵਿਕਵਾ ਦੇ ਪੱਖ ਤੋਂ ਇਹ ਬਹੁਤ ਮਹੱਤਵਪੂਰਨ ਆ। ਉਹ ਲਗਾਤਾਰ ਇੱਕ ਉਹਨਾਂ ਦਾ ਯਤਨ ਆ ਕਿ ਜਿਹੜਾ ਧਰਮ ਆ, ਰਿਲੀਜਨ ਆ, ਸਟੇਟ ਆ, ਇਹਨੂੰ ਅਲੱਗ-ਅਲੱਗ ਕੀਤਾ ਜਾਵੇ, ਜਿਹਦੇ ਤਹਿਤ ਬਹੁਤ ਕੰਟਰੋਵਰਸੀ ਵਾਲਾ ਬਿੱਲ ਵੀ ਜਿਹੜਾ C-21 ਸੀਗਾ ਉਹ ਲੰਬਾ ਸਮਾਂ ਰਿਹਾ, ਔਰ ਉੱਥੇ ਇਹ ਕੁਬੈਕ ਦੇ ਵਿੱਚ, ਕੈਨੇਡਾ ਦੇ ਇੱਕ ਪ੍ਰੋਵਿੰਸ ਕੁਬੈਕ ਦੇ ਵਿੱਚ ਇਹ ਕਾਨੂੰਨ ਬਣ ਗਿਆ ਕਿ ਤੁਸੀਂ ਕੁਛ ਅਹੁਦਿਆਂ ਦੇ ਉੱਤੇ ਕੰਮ ਕਰਨ ਵੇਲੇ ਰਿਲੀਜੀਅਸ ਸਿੰਬਲ ਨਹੀਂ ਪਹਿਨ ਸਕਦੇ, ਚਾਹੇ ਉਹ ਦਸਤਾਰ ਆ, ਚਾਹੇ ਉਹ ਕ੍ਰੋਸ ਆ, ਅਤੇ ਚਾਹੇ ਉਹ ਹਿਜਾਬ ਆ। ਉਸੇ ਸਿਲਸਿਲੇ ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਇਸ ਪ੍ਰੇਅਰ ਨੂੰ ਜਿਹੜਾ ਬੋਲ ਕੇ ਕੀਤੀ ਜਾਂਦੀ ਉਹਨੂੰ ਬੰਦ ਕਰਨਾ ਅਤੇ ਇਹ ਕਹਿਣਾ ਕਿ ਉਹਨੂੰ ਆਪਣੇ ਅੰਦਰ ਹੀ ਕਰ ਲਿਆ ਜਾਵੇ, ਇਹ ਇਸ ਵੇਲੇ ਕਿਹਾ ਜਾ ਰਿਹਾ ਕਿ ਇੱਕ ਇੰਨਾ ਮਹੱਤਵਪੂਰਨ ਮੁੱਦਾ ਨਹੀਂ, ਪਰ ਕਿਉਂਕਿ ਉਹਨਾਂ ਦਾ ਮੁੱਖ ਮੁੱਦਾ ਇਹੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਦਾ ਫੈਸਲਾ ਸਾਨੂੰ ਪਤਾ ਲੱਗੇਗਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।